चर्चा की हुई तुसी मीटिंग च हाजिर सी की चर्चा हुई उन्होंने तो अपना दुख प्रगट किया बाबा किसान तो यह कहते भी ना कानून रद्द किए जाण ते बाबा लखा सिंह जी की कहते हैं जी वो अगे आए ने ਤੇ ਮੀਡੀਆ ਨੂੰ ਵੀ ਸਾਰਿਆਂ ਨੂੰ ਵੈਲਕਮ ਕਰਨਾ ਚਾਹੀਦਾ। ਮੈਨੂੰ ਪਤਾ ਲੱਗਿਆ ਕਿ ਉਹਨਾਂ ਦੀ ਬੜੀ ਨਿਖੇਧੀ ਹੋ ਰਹੀ ਕਿਉਂ ਨਿਖੇਧੀ ਕਿਸ ਗੱਲ ਦੀ ਉਹ ਕਿਸ ਵੱਲ ਦੇਖੋ ਮੈਂ ਨਹੀਂ ਕਹਿੰਦਾ ਚਰਚਾ ਇਹ ਵੀ ਇੱਕ ਉਸ ਪੋਲੀਟੀਕਲ ਪਾਰਟੀ ਨਾਲ ਉਹਨਾਂ ਦਾ ਤਾਲੁਕਾਤ ਜੋੜ ਰਹੇ ਨੇ ਪੋਲੀਟੀਕਲ ਪਾਰਟੀ ਦੇ ਖਾਸ ਰਹੇ ਨੇ ਜਿਨ੍ਹਾਂ ਨੇ ਪੰਜਾਬ ਦਾ ਬੜਾ ਵੱਡਾ ਨੁਕਸਾਨ ਕੀਤਾ। ਅਸੀਂ ਫੇਲ ਹੋਏ ਆ ਆਪਣੇ ਕਿਸਾਨ ਵੀਰਾਂ ਨੂੰ ਸਮਝਾਉਣ ਵਾਸਤੇ ਕਾਨੂੰਨ ਦੇ ਬੈਨੀਫਿਟਸ ਵੀ ਕਾਨੂੰਨ ਕਿਉਂ ਉਹਨਾਂ ਵਾਸਤੇ ਚੰਗਾ ਸੀਗਾ ਜਾਂ ਕਿੱਦਾਂ ਅਸੀਂ ਸਮਝਾ ਨਹੀਂ ਪਾਏ। ਅਸੀਂ ਪੂਰੀ ਤਰ੍ਹਾਂ ਫੇਲ ਹੋਏ ਆ। ਅਸੀਂ ਫੇਲ ਹੋਏ ਆ ਉਹਨਾਂ ਨੂੰ ਦੱਸਣ ਵਾਸਤੇ ਕਿ ਪੰਜਾਬ ਦੇ ਵਿੱਚ ਤਕਰੀਬਨ 1.25 ਲੱਖ ਕਰੋੜ ਕਿਸਾਨਾਂ ਦੇ ਉੱਪਰ ਕਰਜ਼ਾ ਹੈਗਾ। ਅਸੀਂ ਫੇਲ ਹੋਏ ਆ ਉਹਨਾਂ ਨੂੰ ਦੱਸਣ ਵਾਸਤੇ ਕਿ ਆ ਜਿਹੜੀਆਂ 700-800 ਖੁਦਕੁਸ਼ੀਆਂ ਹੁੰਦੀਆਂ ਨੇ ਹਰ ਵਰੇ ਉਹ ਰੁਕ ਸਕਦੀਆਂ ਨੇ ਜੇ ਕਾਨੂੰਨ ਇੰਪਲੀਮੈਂਟ ਹੋ ਜਾਂਦੇ ਨੇ। ਸੋਈ ਸਾਹਿਬ ਤੁਸੀਂ ਜੋ ਮਰਜ਼ੀ ਕੋ ਤੁਹਾਨੂੰ ਇਹ ਤਾਂ ਮੰਨਣਾ ਪੈਣਾ ਵੀ ਡੈਮੋਕ੍ਰੇਸੀ ਦਾ ਕਤਲ ਮੋਦੀ ਸਰਕਾਰ ਨੇ ਕੀਤਾ ਵਾ। ਪਹਿਲਾਂ ਟੇਢੇ ਰਸਤੇ ਆਰਡੀਨੈਂਸ ਲੈ ਕੇ ਆਂਦਾ ਏਡੀ ਕੋਈ ਜ਼ਰੂਰਤ ਨਹੀਂ ਸੀ ਆਰਡੀਨੈਂਸ ਲਿਆਉਣ ਦੀ। ਤੁਹਾਨੂੰ ਵੀ ਪਤਾ ਆਰਡੀਨੈਂਸ ਦਾ ਮਤਲਬ ਹੁੰਦਾ ਵੀ ਦੇਸ਼ ਤੋਂ ਤਾਂ ਬੜੀ ਵਿਪਤਾ ਪਈ ਹੈ ਵੀ ਆ ਆਰਡੀਨੈਂਸ ਲਿਆ ਕੇ ਫਟਾਫਟ ਇਹਨੂੰ ਪਾਸ ਕਰ ਦਈਏ। ਇੰਦਰਪਾਲ ਜੀ ਨਾ ਗੱਲਾਂ ਕਰੀਏ ਇੰਦਰਪਾਲ ਜੀ ਨਾ ਗੱਲਾਂ ਕਰੀਏ। ਸਾਡੇ ਪ੍ਰਧਾਨ ਮੰਤਰੀ ਹਿੰਦੁਸਤਾਨ ਦੇ ਪ੍ਰੋਗਰੈਸਿਵ ਪ੍ਰਾਈਮ ਮਿਨਿਸਟਰ ਹੈਗੇ ਆ। ਸਾਡੇ ਦੇਸ਼ ਦਾ ਅੱਜ ਹੀ ਮੈਂ ਪੜ੍ਹ ਰਿਹਾ ਸੀਗਾ ਕਿ ਜਿਹੜਾ 134 ਨੰਬਰ ਦਾ ਪਾਸਪੋਰਟ ਸੀਗਾ 85 ਨੰਬਰ ਦਾ ਪਾਸਪੋਰਟ ਆ ਗਿਆ। ਸਾਡੇ ਦੇਸ਼ ਦੀ ਇੱਜ਼ਤ ਜਿਹੜੀ ਹੈ ਸਾਰੇ ਵਰਲਡ 'ਚ ਵੱਧ ਰਹੀ ਹੈ ਚਾਹੇ ਉਹ ਅੰਤਰਿਕਸ਼ ਜਾਣਾ ਹੋਵੇ। ਪੈਟਰੋਲ ਦੇ ਰੇਟ ਵੀ ਤਾਂ ਜਾ ਰਹੇ ਆ ਸੋਈ ਸਾਹਿਬ। ਜੇ ਇੰਨਾ ਹੀ ਪੁਰਾਣੇ ਕਾਨੂੰਨ ਜਿਹੜੇ ਕਾਮਗਾਰ ਹੁੰਦੇ ਇੰਨੀਆਂ ਖੁਦਕੁਸ਼ੀ ਨੇ ਹੁੰਦੀਆਂ ਇੰਨੇ ਕਰਜ਼ੇ ਨਾ ਚੜ੍ਹਦੇ ਇੰਨੇ ਸਾਡੇ ਕਿਸਾਨ ਭਰਾ ਆਪਣੇ ਬੱਚਿਆਂ ਨੂੰ ਬਾਹਰ ਨਾ ਭੇਜਦੇ ਮਜ਼ਦੂਰੀ ਕਰਨ ਵਾਸਤੇ। ਮੈਂ ਖੁਦ ਅਪੀਲ ਕਰੂੰਗਾ ਪ੍ਰਧਾਨ ਮੰਤਰੀ ਸਾਹਿਬ ਨੂੰ ਕਿ ਰਾਜੂ ਆਨੇ ਨੇ 2 ਉਮਰ ਕੈਦਾਂ ਭੁਗਤ ਲਈਆਂ। ਉਮਰ ਕੈਦ ਦੀ ਇਹਨਾਂ ਨੂੰ ਸਜ਼ਾ ਹੋਈ ਸੀਗੀ ਉਹ ਤੋਂ ਹੀ ਵੱਧ ਭੁਗਤ ਲਈਆਂ। ਰਾਜੂ ਆਨਾ ਸਾਹਿਬ ਨੂੰ ਰਿਲੀਜ਼ ਕਰ ਦਿੱਤਾ ਜਾਣਾ ਚਾਹੀਦਾ। ਆ ਮੇਰੇ ਵੱਲੋਂ ਖੁਦ ਮੇਰਾ ਬੀਜੇਪੀ ਦਾ ਬਿਆਨ ਨਹੀਂ ਹੈ ਮੇਰਾ ਬਿਆਨ ਆਇਆ। ਪ੍ਰਾਈਮ ਉਹਦੇ ਦੇਖ ਰਹੇ ਸਰ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਜੀ। ਮੈਂ ਇੰਦਰਪਾਲ ਸਿੰਘ ਧੁੰਨਾ। ਦਿੱਲੀ 'ਚ ਬੈਠੇ ਕਿਸਾਨਾਂ ਨੂੰ ਅੱਜ 1.5 ਮਹੀਨੇ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ। ਸੋ ਕਿਸਾਨੀ ਅੰਦੋਲਨ ਜਿਹੜਾ ਉਹ ਭਖਦਾ ਜਾ ਰਿਹਾ ਦਿਨੋਂ ਦਿਨ ਭਖਦਾ ਜਾ ਰਿਹਾ ਹੈ। 26 ਜਨਵਰੀ ਦਿਨ ਵੀ ਨੇੜੇ ਹੈ ਜਦੋਂ ਕਿਸਾਨ ਜਥੇਬੰਦੀਆਂ ਵੱਲੋਂ ਇੱਕ ਵੱਡਾ ਜਿਹੜਾ ਟਰੈਕਟਰ ਮਾਰਚ ਹੈ ਦਿੱਲੀ ਕੂਚ ਕਰੇਗਾ 26 ਜਨਵਰੀ ਗਣਤੰਤਰ ਦਿਵਸ ਮੌਕੇ। ਸੋ ਅੱਜ ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਵੀ ਹੋਈ ਹੈ। ਸੋ ਸੁਪਰੀਮ ਕੋਰਟ ਨੇ ਵੱਡੀਆਂ ਗੱਲਾਂ ਜਿਹੜੀਆਂ ਕੇਂਦਰ ਸਰਕਾਰ ਨਾਲ ਕੀਤੀਆਂ ਨੇ ਉਹਨਾਂ ਗੱਲਾਂ 'ਤੇ ਚਰਚਾ ਕਰਾਂਗੇ। ਜੋ ਅੰਦੋਲਨ ਦੇ ਵਿੱਚ ਬੀਜੇਪੀ ਦੀ ਜੋ ਰਣਨੀਤੀ ਦੀ ਉਹਦੇ ਬਾਰੇ ਗੱਲ ਕਰਨ ਵਾਸਤੇ ਸਾਡੇ ਨਾਲ ਅੱਜ ਜੁੜੇ ਨੇ ਡਾਕਟਰ ਕਮਲ ਸੋਈ ਜੀ ਜਿਹੜੇ ਬੀਜੇਪੀ ਕਿਸਾਨ ਮੋਰਚਾ ਦੇ ਰਾਸ਼ਟਰੀ ਜਿਹੜੇ ਪ੍ਰਵਕਤਾ ਹੈਗੇ ਨੇ ਬੁਲਾ ਰਹੇ ਉਹਨਾਂ ਨਾਲ ਗੱਲਬਾਤ ਕਰਾਂਗੇ ਵੀ ਸਾਰੇ ਇਸ ਮਾਮਲੇ ਨੂੰ ਉਹ ਕਿਵੇਂ ਦੇਖਦੇ। ਸਤਿ ਸ਼੍ਰੀ ਅਕਾਲ ਕਮਲ ਜੀ। ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ ਪ੍ਰਾਈਮ ਤੁਹਾਡਾ। ਥੈਂਕ ਯੂ ਜੀ। ਕਮਲ ਜੀ ਆਪਾਂ ਮਾਨਯੋਗ ਸੁਪਰੀਮ ਕੋਰਟ ਦੀ ਸੁਣਵਾਈ ਚੱਲ ਹੀ ਰਹੀ ਹੈ ਤੇ ਉਹਦੇ ਗੱਲ ਕਰਾਂਗੇ। ਸੁਪਰੀਮ ਕੋਰਟ ਨੇ ਵੱਡੀਆਂ ਗੱਲਾਂ ਕੀਤੀਆਂ ਨੇ ਕੇਂਦਰ ਸਰਕਾਰ ਨੂੰ ਕਿਹਾ ਵਾ ਵੀ ਜਿੰਨਾ ਚਿਰ ਮਸਲੇ ਦਾ ਹੱਲ ਨਹੀਂ ਨਿਕਲਦਾ ਉਹਨਾਂ ਚਿਰ ਕਿਉਂ ਨਾ ਕਾਨੂੰਨ ਹੋਲਡ ਕਰ ਲਏ ਜਾਣ। ਜੇ ਸਰਕਾਰ ਕਾਨੂੰਨ ਹੋਲਡ ਨਹੀਂ ਕਰੂਗੀ ਤਾਂ ਸਾਨੂੰ ਮਜਬੂਰੀ ਵਾਸ ਕਮੇਟੀ ਬਣਾ ਕੇ ਕਾਨੂੰਨ ਹੋਲਡ ਕਰਨੇ ਪੈਣਗੇ। ਪਹਿਲਾਂ ਤੇ ਤੁਹਾਡੇ ਸਾਰੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇਖੋ ਸੁਪਰੀਮ ਕੋਰਟ ਦੇ ਫੈਸਲੇ ਤੇ ਜਾਂ ਟਿੱਪਣੀਆਂ ਤੇ ਜੀ ਕੋਈ ਵੀ ਕਮੈਂਟ ਕਰਨ ਦਾ ਅਧਿਕਾਰ ਮੈਨੂੰ ਨਹੀਂ ਹੈ ਬਿਲਕੁਲ ਤੇ ਨਾ ਹੀ ਮੈਂ ਉਹਦੇ ਉੱਪਰ ਅਧਿਕਾਰ ਕਰਾਂ ਨਾ ਹੀ ਉਹਦੇ ਉੱਪਰ ਮੈਂ ਕਮੈਂਟ ਕਰਨਾ ਚਾਹੁੰਦਾ। ਮੈਂ ਤੇ ਇਹੋ ਹੀ ਅਰਦਾਸ ਕਰਦਾ ਹੈਗਾ ਕਿ ਜਿਹੜਾ ਸੰਘਰਸ਼ ਹੈਗਾ ਸ਼ਾਂਤਮਈ ਸੰਘਰਸ਼ ਹੈਗਾ ਕਿਸਾਨਾਂ ਦਾ ਉਹ ਦੂਰ ਹੋਵੇ। ਉਹਨਾਂ ਦੇ ਜਿਹੜੇ ਸ਼ੱਕ ਸ਼ੁਬਾ ਨੇ ਕੋਈ ਉਹਨਾਂ ਦੇ ਭੁਲੇਖੇ ਨੇ ਕੋਈ ਉਹਨਾਂ ਦੇ ਮਨ 'ਚ ਕਾਨੂੰਨ ਦੇ ਪ੍ਰਤੀ ਜੋ ਨਹੀਂ ਪਸੰਦ ਕਰਦੇ ਕਾਨੂੰਨ ਨੂੰ ਤੇ ਆਹ ਸਾਰੀਆਂ ਚੀਜ਼ਾਂ ਦੂਰ ਕੀਤੀਆਂ ਜਾਣ ਤਾਂ ਕਿ ਕਿਸਾਨ ਸਾਡੇ ਵੀਰ ਜਿਹੜੇ ਇੰਨੀ ਠੰਡ 'ਚ ਪਿਛਲੇ 45 ਦਿਨਾਂ ਤੋਂ ਉੱਥੇ ਬੈਠੇ ਹੋਏ ਨੇ ਉਹ ਆਪਣੇ ਘਰਾਂ ਨੂੰ ਵਾਪਸ ਪਰਤ ਸਕਣ। ਜੀ ਕਮਲ ਜੀ ਚਲੋ ਆਪਾਂ ਮਾਨਯੋਗ ਸੁਪਰੀਮ ਕੋਰਟ ਤੇ ਟਿੱਪਣੀ ਨਹੀਂ ਕਰਾਂਗੇ ਪਰ ਉਹਨਾਂ ਦੀ ਟਿੱਪਣੀ ਉੱਤੇ ਆਪਾਂ ਚਰਚਾ ਤਾਂ ਕਰ ਸਕਦੇ। ਉਹਨਾਂ ਨੇ ਵੱਡੀਆਂ ਗੱਲਾਂ ਜਿੱਥੇ ਇਹ ਕਿਹਾ ਵੀ ਕਾਨੂੰਨ ਜੇ ਸਰਕਾਰ ਹੋਲਡ ਨਹੀਂ ਕਰਦੀ ਅਸੀਂ ਹੋਲਡ ਕਰਾਂਗੇ। ਇੱਥੋਂ ਤੱਕ ਕਹਿਤਾ ਵੀ ਸਰਕਾਰ ਆ ਉਹ ਸਥਿਤੀ ਨਾਲ ਨਜਿੱਠਣ 'ਚ ਫੇਲ ਸਾਬਤ ਹੋਈ ਹੈ। ਜਿਹੜਾ ਅੰਦੋਲਨ ਹੈ ਇਹ ਅੱਗੇ ਉਗਰ ਹੋ ਸਕਦਾ। ਲੋਕਾਂ ਵਿੱਚ ਰੋਸ ਹੈਗਾ ਵਾ ਜਿਸ ਦੇ ਚੱਲਦੇ ਆ ਸਾਨੂੰ ਜੇ ਸਰਕਾਰ ਕੋਈ ਫੈਸਲਾ ਨਹੀਂ ਲੈਂਦੀ ਤਾਂ ਅਸੀਂ ਇਸ ਨੂੰ ਹੋਲਡ ਕਰਾਂਗੇ। ਦੇਖੋ ਇਹ 'ਚ ਤਾਂ ਕੋਈ ਡਾਊਟ ਹੈ ਹੀ ਨਹੀਂ ਕਿ ਅਸੀਂ ਫੇਲ ਹੋਏ ਆ। ਅਸੀਂ ਫੇਲ ਹੋਏ ਆ ਆਪਣੇ ਕਿਸਾਨ ਵੀਰਾਂ ਨੂੰ ਸਮਝਾਉਣ ਵਾਸਤੇ ਕਾਨੂੰਨ ਦੇ ਬੈਨੀਫਿਟਸ ਵੀ ਕਾਨੂੰਨ ਕਿਉਂ ਉਹਨਾਂ ਵਾਸਤੇ ਚੰਗਾ ਸੀਗਾ ਜਾਂ ਕਿੱਦਾਂ ਅਸੀਂ ਸਮਝਾ ਨਹੀਂ ਪਾਏ। ਅਸੀਂ ਪੂਰੀ ਤਰ੍ਹਾਂ ਫੇਲ ਹੋਏ ਆ। ਅਸੀਂ ਫੇਲ ਹੋਏ ਆ ਉਹਨਾਂ ਨੂੰ ਦੱਸਣ ਵਾਸਤੇ ਕਿ ਪੰਜਾਬ ਦੇ ਵਿੱਚ ਤਕਰੀਬਨ 1.25 ਲੱਖ ਕਰੋੜ ਕਿਸਾਨਾਂ ਦੇ ਉੱਪਰ ਕਰਜ਼ਾ ਹੈਗਾ। ਅਸੀਂ ਫੇਲ ਹੋਏ ਉਹਨਾਂ ਨੂੰ ਦੱਸਣ ਵਾਸਤੇ ਕਿ ਆ ਜਿਹੜੀਆਂ 700-800 ਖੁਦਕੁਸ਼ੀਆਂ ਹੁੰਦੀਆਂ ਨੇ ਹਰ ਵਰੇ ਉਹ ਰੁਕ ਸਕਦੀਆਂ ਨੇ ਜੇ ਕਾਨੂੰਨ ਇੰਪਲੀਮੈਂਟ ਹੋ ਜਾਂਦੇ ਨੇ। ਅਸੀਂ ਫੇਲ ਹੋਏ ਉਹਨਾਂ ਨੂੰ ਦੱਸਣ ਵਾਸਤੇ ਕਿ ਤੁਹਾਡੀ ਸਾਰੀ ਜ਼ਮੀਨਾਂ 99% ਜ਼ਮੀਨਾਂ ਜਿਹੜੀਆਂ ਨੇ ਗਿਰਵੀ ਹੈ। ਸਿਰਫ 3 ਤੋਂ ਲੈ ਕੇ 4000 ਨੰਬਰ ਜਿਹੜੇ ਖਰੇ ਨੇ ਪੰਜਾਬ 'ਚ ਬਾਕੀ ਸਾਰੇ ਨੰਬਰਾਂ 'ਤੇ ਲਕੀਰ ਲੱਗੀ ਹੋਈ ਹੈ। ਇਹਦੇ 'ਚ ਕੋਈ ਡਾਊਟ ਨਹੀਂ ਧੁੰਨਾ ਜੀ। ਅਸੀਂ ਬੀਜੇਪੀ ਵਾਲੇ ਮੈਂ ਆਪਣੀ ਜ਼ਿੰਮੇਵਾਰੀ ਵੀ ਨਾਲ ਮੰਨਦਾ ਕਿ ਅਸੀਂ ਫੇਲ ਹੋਏ ਹਾਂ ਆਪਣੇ ਕਿਸਾਨ ਵੀਰਾਂ ਦੇ ਨਾਲ ਇਸ ਗੱਲ 'ਚ ਉਹਨਾਂ ਨੂੰ ਨਾਲ ਜੋੜਨ 'ਤੇ ਕਿ ਆਹ ਕਾਨੂੰਨ ਫਾਇਦੇ ਵਾਸਤੇ ਨੇ। ਕਈਆਂ ਨੇ ਦੂਜੀਆਂ ਪਾਰਟੀਆਂ ਨੇ ਭਰਮ ਭੁਲੇਖੇ ਪਾਏ
ਉਹਨਾਂ ਨੇ ਕਿਹਾ ਜੀ ਜ਼ਮੀਨਾਂ ਖੁੱਸ ਜਾਣਗੀਆਂ। ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਜੱਟ ਤੇ ਵੱਟ ਨਹੀਂ ਛੱਡਦਾ ਤੇ ਤੁਸੀਂ ਜ਼ਮੀਨ ਖੋਹਣ ਦੀ ਗੱਲ ਕਰਦੇ ਜੇ। ਬਾਕੀ ਜੇ ਇੰਨਾ ਹੀ ਪੁਰਾਣੇ ਕਾਨੂੰਨ ਜਿਹੜੇ ਕਾਮਗਾਰ ਹੁੰਦੇ, ਇੰਨੀਆਂ ਖੁਦਕੁਸ਼ੀ ਨੇ ਹੁੰਦੀਆਂ, ਇੰਨੇ ਕਰਜ਼ੇ ਨਾ ਚੜ੍ਹਦੇ, ਇੰਨੇ ਸਾਡੇ ਕਿਸਾਨ ਭਰਾ ਆਪਣੇ ਬੱਚਿਆਂ ਨੂੰ ਬਾਹਰ ਨਾ ਭੇਜਦੇ ਮਜ਼ਦੂਰੀ ਕਰਨ ਵਾਸਤੇ। ਆਹ ਤੇ ਦੇਖੋ ਅਸੀਂ ਤਾਂ ਫੇਲ ਹੋਏ ਹੀ ਆ, ਇਹਦੇ 'ਚ ਕੋਈ ਡਾਊਟ ਨਹੀਂ, ਮੈਨੂੰ ਇਹਦੇ 'ਚ ਮੰਨਣ 'ਚ ਕੋਈ ਇਤਰਾਜ਼ ਨਹੀਂ ਹੈ। ਨਹੀਂ, ਮਾਨਯੋਗ ਸੁਪਰੀਮ ਕੋਰਟ ਤਾਂ ਅੰਦੋਲਨ ਦੀ ਗੱਲ ਕਰੀ, ਅੰਦੋਲਨ ਵਿੱਚ ਜਿਹੜਾ ਅੰਦੋਲਨ ਚੱਲ ਰਿਹਾ ਵਾ ਉੱਥੇ ਜਿਹੜੇ ਕਿਸਾਨ ਬੈਠੇ ਨੇ ਉਹਨਾਂ ਨਾਲ ਗੱਲਬਾਤ ਕਰਨ 'ਚ ਫੇਲ ਸਾਹਿਬ ਤੋਂ ਗੱਲਾਂ ਦੱਸੋ। ਦੇਖੋ ਜਿਹੜੀਆਂ ਤੁਸੀਂ ਗੱਲਾਂ ਕਰਦੇ ਹੋ ਇਹੀ ਗੱਲਾਂ ਮੀਟਿੰਗ 'ਚ ਹੁੰਦੀਆਂ ਨੇ, ਸੋ ਉਹ ਗੱਲਾਂ ਦਾ ਹੁਣ ਲੱਗਦਾ ਕੋਈ ਫਾਇਦਾ ਨਹੀਂ ਰਹਿ ਗਿਆ। ਕਿਸਾਨ ਤਾਂ ਕਹਿੰਦੇ ਆ ਵੀ ਕਾਨੂੰਨ ਰੱਦ ਹੋਣ, ਦੂਜੀ ਗੱਲ ਨਹੀਂ ਅਸੀਂ ਕੋਈ ਕਰਨੀ ਹੈਗੀ। ਦੇਖੋ ਮੈਂ ਤੇ ਪਹਿਲਾਂ ਕਈ ਵਾਰੀ ਕਿਹਾ ਹੈਗਾ ਕਿ ਜੇ ਕਿਸਾਨਾਂ ਦੇ ਪੰਜਾਬ, ਦੇਖੋ ਅੰਦੋਲਨ ਇਸ ਵਕਤ ਜ਼ਿਆਦਾਤਰ ਮੈਜੋਰਿਟੀ ਪੰਜਾਬ ਦਾ ਹੀ ਅੰਦੋਲਨ ਚੱਲਦਾ ਪਿਆ, ਪੰਜਾਬ ਦਾ ਹੀ ਕਿਸਾਨ ਉੱਥੇ ਬੈਠਾ ਹੈ ਤੇ ਜਿੰਨੇ ਵੀ ਕਿਸਾਨਾਂ ਦੀ ਦੇਹਾਂਤ ਹੋਇਆ ਜਾਂ ਸ਼ਹਾਦਤ ਹੋਈ ਹੈ ਉਹ ਵੀ ਪੰਜਾਬ ਦੇ ਕਿਸਾਨਾਂ ਦੀ ਹੀ ਹੋਈ ਹੈ। ਜੇ ਸੰਤ ਰਾਮ ਸਿੰਘ ਜੀ ਬਾਬਾ ਨਾਨਕਸਰ ਵਾਲੇ ਬਾਬਿਆਂ ਜੀ ਦਾ ਹੋਇਆ, ਉਹ ਵੀ ਸਾਡੇ ਨਾਲ ਸਿੱਖ ਕੌਮ ਦੇ ਨਾਲ ਜਾਂ ਪੰਜਾਬ ਨਾਲ ਹੀ ਰੱਖਦੇ ਸੀਗੇ ਤਲੁਕਾਤ। ਹੁਣ ਦੇਖੋ ਜੇ ਪੰਜਾਬ ਦਾ ਅੰਦੋਲਨ ਹੈ, ਮੈਂ ਤੇ ਪਹਿਲਾਂ ਵੀ 2-3 ਦਿਨ 4 ਦਿਨ ਤੋਂ ਕਹਿ ਰਿਹਾ ਕਿ ਕਿਉਂ ਨਹੀਂ ਅਸੀਂ ਪੰਜਾਬ ਨੂੰ ਵੱਖਰਾ ਕਰ ਦਿੰਦੇ, ਪੰਜਾਬ ਦੇ ਵਾਸਤੇ ਆ ਕਾਨੂੰਨ ਜਿਹੜੇ ਹੈ ਅਸੀਂ ਕਹਿ ਦਿੰਦੇ ਜੀ ਪੰਜਾਬ ਦੇ ਕਾਨੂੰਨ ਲਾਗੂ ਨਹੀਂ ਹੋਣਗੇ, ਪੰਜਾਬ ਦੇ ਵਾਸਤੇ ਕੋਈ ਵੱਖਰਾ ਕਾਨੂੰਨ ਬਣਾ ਲੈਂਦੇ। ਜੇ ਸਾਡੀ ਜਥੇਬੰਦੀਆਂ ਜਦੋਂ ਗੱਲ ਕਰਦੀਆਂ ਨੇ ਉਹ ਯੈਸ ਨੋ ਦੀ ਗੱਲ ਕਰਦੀਆਂ ਨੇ ਜੀ, ਜਾਂ ਕਾਨੂੰਨ ਵਾਪਸ ਲਓ ਤੇ ਜਾਂ ਕਾਨੂੰਨ ਜਿਹੜੇ ਹੈ ਉਹਨਾਂ ਨੂੰ ਰੱਦ ਕਰ ਦਿਓ। ਹੁਣ ਜੇ ਅਸੀਂ ਆਪਣਾ ਮਨ ਖੋਲ ਕੇ ਜਾਂਦੇ, ਦੇਖੋ ਅੱਜ ਸੁਪਰੀਮ ਕੋਰਟ ਦੇ ਵਿੱਚ ਚੱਲ ਰਿਹਾ ਹੈ, ਜ਼ਿਆਦਾ ਮੈਂ ਬੋਲਣਾ ਨਹੀਂ ਚਾਹੁੰਦਾ, ਲੇਕਿਨ ਮੈਨੂੰ ਲੱਗਦਾ ਹੈਗਾ ਕਿ ਇਹਦਾ ਹੱਲ ਸੁਪਰੀਮ ਕੋਰਟ ਤੋਂ ਬਾਹਰ ਵੀ ਹੋ ਸਕਦਾ ਸੀਗਾ, ਸਾਡੇ ਪੰਜਾਬੀਆਂ ਨੂੰ ਰਾਹਤ ਮਿਲ ਸਕਦੀ ਸੀਗੀ। ਅਸੀਂ ਪੰਜਾਬ ਪੱਖੀ ਗੱਲ ਕਰਦੇ, ਅਸੀਂ ਇਸ ਵਕਤ ਸਾਡੀ ਕਿਸਾਨ ਜਥੇਬੰਦੀਆਂ ਸਤਿਕਾਰਿਤ ਨੇ, ਸਾਰੇ ਪੜ੍ਹੇ ਲਿਖੇ ਨੇ, ਸਾਰੇ ਸੂਝਵਾਨ ਨੇ, ਲੇਕਿਨ ਉਹ ਕਿਤੇ ਨਾ ਕਿਤੇ ਪੰਜਾਬੀਆਂ ਦਾ ਪੱਖ ਰੱਖਣ ਵਾਸਤੇ ਬੜੇ ਅੱਗੇ ਵੱਧ ਗਏ। ਉਹਨਾਂ ਨੇ ਤੇ ਹਿੰਦੁਸਤਾਨ ਦਾ ਪੱਖ ਰੱਖਣ ਦੀ ਕੋਸ਼ਿਸ਼ ਕਰ ਲਈ ਕਿ ਤੁਸੀਂ ਪੰਜਾਬ ਦੇ ਰਿਪਰੈਜ਼ੈਂਟ ਕਰਦੇ ਹੋ ਪੰਜਾਬ ਦੇ ਕਿਸਾਨਾਂ ਨੂੰ, ਤੇ ਸ਼ਾਇਦ ਤੁਸੀਂ ਪੰਜਾਬ ਦਾ ਪੱਖ ਰੱਖਦੇ ਤੇ ਆ ਅੰਦੋਲਨ ਜਿਹੜਾ ਸੀਗਾ ਇੰਨਾ ਲੰਬਾ ਨਾ ਖਿੱਚਦਾ ਤੇ ਆ ਪਹਿਲਾਂ ਹੀ ਇਹਦਾ ਹੱਲ ਹੋ ਜਾਂਦਾ। ਹਿੰਦੁਸਤਾਨ ਦੀ ਸਰਕਾਰ ਇਹਦਾ ਕਾਨੂੰਨ ਦੇ ਵਾਸਤੇ ਪੰਜਾਬੀਆਂ ਨੂੰ ਜਾਂ ਕਿਸਾਨਾਂ ਨੂੰ ਹਰ ਤਰ੍ਹਾਂ ਦਾ ਉਹਨਾਂ ਨਾਲ ਕੰਪਰੋਮਾਈਜ਼ ਕਰਨ ਨੂੰ ਤਿਆਰ ਬੈਠੀ ਹੈ ਤੇ ਮੈਨੂੰ ਲੱਗਦਾ ਹੈਗਾ ਕਿ ਜੇ ਸੁਪਰੀਮ ਕੋਰਟ ਦੀ ਇੰਟਰਵੈਂਸ਼ਨ ਦੇ ਨਾਲ ਆ ਕੋਈ ਹੱਲ ਇਹਦਾ ਹੋ ਜਾਂਦਾ ਹੈ ਤੇ ਵੈਲਕਮ ਸਟੈਪ ਹੈਗਾ, ਅਸੀਂ ਉਹਨੂੰ ਹਮੇਸ਼ਾ ਹੀ ਉਹਦਾ ਵੈਲਕਮ ਕਰਾਂਗੇ। ਕਮਲ ਜੀ, ਜਿਹੜੇ ਪੰਜਾਬ ਦੇ ਕਿਸਾਨ ਜਥੇਬੰਦੀਆਂ ਨੇ, ਇਕੱਲਾ ਪੰਜਾਬ ਦਾ ਪੱਖ, ਤੁਸੀਂ ਪੰਜਾਬ ਦੇ ਪੱਖ ਦੀ ਗੱਲ ਕਰਦੇ ਹੋ, ਮੈਂ ਤਾਂ ਇਹ ਕਹਿ ਸਕਦਾ ਵੀ ਪੰਜਾਬ ਨੇ ਇੱਕ ਅਗਵਾਈ ਕੀਤੀ ਹੈ, ਕਿਉਂਕਿ ਜੋ ਪਿੱਛੇ ਸਾਡਾ ਨੋਟਬੰਦੀ ਵੇਲੇ ਹੋਇਆ, ਜੋ GST ਵੇਲੇ ਹੋਇਆ, ਜੋ ਕਾਨੂੰਨ ਪਾਸ ਕੀਤੇ ਨੇ, ਪਿੱਛੇ ਵਿਰੋਧ ਹੋਇਆ, ਪਰ ਵਿਰੋਧ ਇਸ ਲੈਵਲ ਦਾ ਨਹੀਂ ਹੋਇਆ। ਇਸ ਵਾਰ ਪੰਜਾਬ ਨੇ ਅਗਵਾਈ ਕੀਤੀ ਆ ਜਿੱਥੇ ਵੱਖ-ਵੱਖ ਸਟੇਟਾਂ ਤੋਂ ਅਗਲੇ ਕਿਸਾਨ ਦੇ ਨਾਲ ਜੁੜੇ ਨੇ। ਸੋ ਇਹ ਆਪਾਂ ਅੰਦੋਲਨ ਹੁਣ ਪੰਜਾਬ ਦਾ ਅੰਦੋਲਨ ਨਹੀਂ ਕਹਿ ਸਕਦੇ, ਇਹ ਅੰਦੋਲਨ ਦੇਸ਼ ਵਿਆਪੀ ਅੰਦੋਲਨ ਬਣ ਗਿਆ ਜਿੱਥੋਂ ਵੱਖ-ਵੱਖ ਸਟੇਟਾਂ ਦੇ ਲੋਕ ਉੱਥੇ ਆ ਕੇ ਬੈਠੇ ਹੋਏ ਨੇ। ਤੁੰਨਾ ਜੀ, ਮੈਂ ਕਿਸਾਨਾਂ ਦੇ ਨਾਲ ਹਾਂ ਜੀ, ਖੁਦ ਕਿਸਾਨ ਹੋਣ ਦੇ ਨਾਤੇ ਮੈਂ ਕਿਸਾਨਾਂ ਦੇ ਨਾਲ ਆ ਤੇ ਕਿਸਾਨਾਂ ਨੂੰ ਯਕੀਨ ਦਿਵਾਉਣਾ ਚਾਹੁੰਦਾ ਕਿ ਜੇ ਤੁਹਾਡਾ ਕੋਈ ਵੀ ਸ਼ੱਕ ਸ਼ੁਬਾ ਹੈਗਾ, ਜੇ ਤੁਹਾਨੂੰ ਲੱਗਦਾ ਹੈਗਾ ਕਿ ਕਾਨੂੰਨ ਨਹੀਂ ਚੰਗੇ ਤੁਹਾਡੇ ਵਾਸਤੇ ਤੇ ਕਾਨੂੰਨਾਂ ਦੇ ਵਿੱਚ ਕੋਈ ਸੰਸ਼ੋਧਨ ਚਾਹੀਦਾ ਹੈਗਾ, ਤੇ ਉਹ ਡੈਮੋਕ੍ਰੇਸੀ ਰਸਤੇ ਰਾਹੀਂ, ਜਿੱਦਾਂ ਉਹਨਾਂ ਨੇ ਹੁਣ ਸ਼ਾਂਤਮਈ ਢੰਗ ਨਾਲ ਅੰਦੋਲਨ ਕੀਤਾ ਹੋਇਆ, ਉਦਾਂ ਹੀ ਪਾਰਲੀਮੈਂਟ ਦੀ ਵੇਟ ਕਰ ਸਕਦੇ, ਕਿਉਂਕਿ ਇੰਡੀਆ 'ਚ ਪਾਰਲੀਮੈਂਟਰੀ ਡੈਮੋਕ੍ਰੇਸੀ ਹੈ। ਕਾਨੂੰਨ ਜਿਹੜੇ ਨੇ ਪਾਰਲੀਮੈਂਟ ਨੇ ਪਾਸ ਕੀਤੇ ਹੋਏ ਨੇ, ਸੜਕਾਂ ਤੇ ਪਾਸ ਤੇ ਹੋਏ ਨਹੀਂ ਹੋਏ। ਤੇ ਜੇ ਅੱਜ ਸਾਡੀ ਦੇਖੋ 4 ਪਿੱਲਰ ਨੇ ਡੈਮੋਕ੍ਰੇਸੀ ਦੇ, ਤੇ ਜਿਹੜਾ ਹੁਣ ਚੌਥਾ ਪਿੱਲਰ ਹੈਗਾ, ਚੌਥਾ ਸਤੰਭ ਹੈ ਜੁਡੀਸ਼ਰੀ, ਤੁਸੀਂ ਇਹ ਵੀ ਇੱਕ ਮੀਡੀਆ ਵੀ ਇੱਕ ਸਤੰਭ ਹੈਗਾ, ਜੁਡੀਸ਼ਰੀ ਜੇ ਕਰ ਪਾ ਰਹੀ ਹੈਗੀ, ਤੁਹਾਨੂੰ ਲੱਗਦਾ ਕਿ ਸਾਡੇ ਪੰਜਾਬ ਦੇ ਕਿਸਾਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ, ਸਾਡੇ ਹਿੰਦੁਸਤਾਨ ਦੇ ਕਿਸਾਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ। ਜੇ ਕਿਤੇ ਗਲਤੀਆਂ ਸਰਕਾਰ ਕੋਲੋਂ ਹੋਈਆਂ ਨੇ ਤੇ ਉਹ ਗਲਤੀਆਂ ਵੀ ਸੁਧਾਰੀਆਂ ਜਾਣੀਆਂ ਚਾਹੀਦੀਆਂ ਨੇ, ਤਾਂ ਕਿ ਕਿਸਾਨ ਵੀਰ ਜਿਹੜੇ ਨੇ ਉਹ ਆਪਣੇ ਘਰਾਂ ਨੂੰ ਵਾਪਸ ਪਰਤਣ ਤੇ ਜਿਹੜੀਆਂ ਸ਼ਹਾਦਤਾਂ ਹੋ ਰਹੀਆਂ ਨੇ ਉਹ ਨਾ ਹੋਣ। ਸੋਈ ਤੁਸੀਂ ਡੈਮੋਕ੍ਰੇਸੀ ਦੀ ਗੱਲ ਕੀਤੀ, ਡੈਮੋਕ੍ਰੇਸੀ ਦਾ ਮੈਂ ਕਹਿੰਦਾ ਕਤਲ ਦਾ ਉਸ ਦਿਨ ਹੋ ਗਿਆ ਸੀਗਾ ਜਦੋਂ ਸਾਡੇ ਪੰਜਾਬ ਦੇ ਕਿਸਾਨਾਂ ਨੇ ਦਿੱਲੀ ਕੂਚ ਕੀਤਾ ਤੇ ਹਰਿਆਣਾ ਦੀ ਖੱਟਰ ਸਰਕਾਰ ਨੇ ਕੀ ਕੁਝ ਨਹੀਂ ਕੀਤਾ। ਮੈਨੂੰ ਦੱਸ ਦਿਓ ਜੋ ਹਰਿਆਣਾ ਸਰਕਾਰ ਨੇ ਕੀਤਾ ਵਾ ਕਿ ਉਹ ਸਾਡੇ ਡੈਮੋਕ੍ਰੇਸੀ ਵਿੱਚ ਕਿਤੇ ਆਉਂਦਾ, ਸਾਡੇ ਕਿਤੇ ਸੰਵਿਧਾਨ ਦੇ ਵਿੱਚ ਲਿਖਿਆ ਵੀ ਕੋਈ ਸਾਡਾ ਦੇਸ਼ ਦਾ ਜਿਹੜਾ ਬੰਦੇ ਪ੍ਰੋਟੈਸਟ ਕਰਨ ਜਾਣ ਤੇ ਉਹਨੂੰ ਇਸ ਤਰ੍ਹਾਂ ਦਾ ਅੱਤਵਾਦੀਆਂ ਨਾਲ ਵਿਵਹਾਰ ਕੀਤਾ ਜਾਵੇ? ਉਹ ਬਿਲਕੁਲ ਨਿੰਦਣਯੋਗ ਹੈ, ਮੈਂ ਉਹਦੀ ਘੋਰ ਨਿੰਦਾ ਕਰਦਾ ਹੈਗਾ। ਕਿਸਾਨਾਂ ਦੇ, ਸ਼ਾਂਤਮਈ ਕਿਸਾਨਾਂ ਦੇ ਉੱਪਰ ਇਦਾਂ ਦਾ ਅਤਿਆਚਾਰ ਨਹੀਂ ਸੀ ਹੋਣਾ ਚਾਹੀਦਾ ਤੇ ਉਹਦੇ ਵਾਸਤੇ ਮੈਂ ਘੋਰ ਨਿੰਦਾ ਕਰਦਾ। ਤੇ ਜਿਹੜੇ ਪਲੇਟਫਾਰਮ ਤੇ ਮਰਜ਼ੀ ਕਹੋ, ਮੈਂ ਕਹਾਂਗਾ ਕਿ ਉਹ ਸਾਡੇ ਕਿਸਾਨ ਵੀਰਾਂ ਨਾਲ ਨਹੀਂ ਹੋਣਾ ਚਾਹੀਦਾ ਸੀਗਾ, ਉਹ ਮਾੜਾ ਹੋਇਆ, ਮੰਦਾ ਹੋਇਆ, ਤੇ ਉਹ ਨੈਚੁਰਲੀ ਹੈ ਕਿ ਉਹਨੂੰ ਉਹਦਾ ਦਾਗ ਕਦੀ ਧੁੱਲ ਨਹੀਂ ਸਕਦਾ ਖੱਟਰ ਸਰਕਾਰ ਦੇ ਉੱਪਰੋਂ। ਜੀ ਸੋਈ ਸਾਹਿਬ, ਤੁਸੀਂ ਵੀ ਜਾ ਕੇ ਆਏ ਹੋ, ਕਿਸਾਨੀ ਅੰਦੋਲਨ ਵਿੱਚ ਜਾ ਕੇ ਆਏ ਹੋ, ਕਿੰਨਾ ਸਮਾਂ ਤੁਸੀਂ ਉੱਥੇ ਬਤੀਤ ਕੀਤਾ, ਤੁਹਾਨੂੰ ਕਿੱਦਾਂ ਦਾ ਮਾਹੌਲ ਲੱਗਿਆ ਉੱਥੇ ਜੀ? ਦੇਖੋ, ਮੈਂ ਤੇ ਉੱਥੇ ਇੱਕ ਆਮ ਆਦਮੀ ਬਣ ਕੇ ਗਿਆ ਸੀ, ਮੈਨੂੰ ਦੁੱਖ ਸੀ, ਦਰਦ ਸੀ ਆਪਣੇ ਕਿਸਾਨ ਵੀਰਾਂ ਦਾ। ਮੈਂ ਵੀ ਦੇਖਣਾ ਚਾਹੁੰਦਾ ਸੀਗਾ ਕਿ ਮੈਂ ਕਿੰਨੀ ਕੁ ਦਰਦ ਉੱਥੇ ਹੰਢਾ ਸਕਦਾ ਜਾ ਕੇ। ਮੈਂ ਜੋ ਮੇਰੇ ਕੋਲ ਸਰਦਾ ਬੰਦਾ ਸੀਗਾ ਆਪਣੇ ਕਿਸਾਨ ਭਰਾਵਾਂ ਵਾਸਤੇ ਮੈਂ ਲੈ ਕੇ ਗਿਆ। ਮੈਂ ਇੱਕ ਨਿਮਾਨਾ
ਆਮ ਇਨਸਾਨ ਬਣ ਕੇ ਗਿਆ ਉੱਥੇ, ਉਹਨਾਂ ਵਿੱਚ ਵਿਚਰ ਕੇ ਆਇਆ, ਉੱਥੇ ਲੰਗਰ ਖਾ ਕੇ ਆਇਆ, ਉੱਥੇ ਵੇਖ ਕੇ ਆਇਆ, ਉੱਥੇ ਰਾਤ ਰਹਿ ਕੇ ਆਇਆ ਤੇ ਤਕਰੀਬਨ 24 ਘੰਟੇ ਮੈਂ ਉੱਥੇ ਬਿਤਾਏ। ਮੈਨੂੰ ਲੱਗਦਾ ਹੈਗਾ ਕਿ ਆ ਜਿਹੜਾ ਸਾਡੇ ਕਿਸਾਨ ਵੀਰਾਂ ਨੂੰ ਹੁਣ ਉੱਥੀਆਂ ਕੰਡੀਸ਼ਨਸ ਚੰਗੀਆਂ ਨਹੀਂ ਹੈਗੀਆਂ, ਸਾਡੇ ਕਿਸਾਨ ਵੀਰਾਂ ਨਾਲ ਇਨਸਾਫ ਹੋਣਾ ਚਾਹੀਦਾ ਤੇ ਜਲਦੀ ਤੋਂ ਜਲਦੀ ਆਪਣੇ ਘਰਾਂ ਨੂੰ ਵਾਪਸ ਪਰਤਣੇ ਚਾਹੀਦੇ ਨੇ। ਉਹ ਇਨਸਾਫ ਜੇ ਸੁਪਰੀਮ ਕੋਰਟ ਦੇਣਾ ਚਾਹੁੰਦੀ ਸੁਪਰੀਮ ਕੋਰਟ ਦੇਵੇ। ਹਿੰਦੁਸਤਾਨ ਦੀ ਸਰਕਾਰ ਉਹਨਾਂ ਨਾਲ ਗੱਲਬਾਤ ਕਰ ਰਹੀ ਹੈਗੀ ਆ, 8 ਦੌਰ ਦੀ ਗੱਲਬਾਤ ਹੋ ਗਈ ਹੈ ਤੇ ਜੇ ਉੱਥੋਂ ਇਨਸਾਫ ਮਿਲਦਾ ਤਾਂ ਉੱਥੋਂ ਇਨਸਾਫ ਮਿਲੇ, ਪਰ ਇਨਸਾਫ ਸਾਡੇ ਕਿਸਾਨ ਵੀਰਾਂ ਨੂੰ ਮਿਲਣਾ ਚਾਹੀਦਾ। ਸੋਈ ਸਾਹਿਬ ਤੁਸੀਂ ਵੀ ਉੱਥੇ ਜਾ ਕੇ ਹੋ, ਮੈਂ ਵੀ ਉੱਥੇ ਜਾ ਕੇ ਆਇਆ, ਹਾਲਾਤ ਕੁਝ ਜ਼ਿਆਦਾ ਵਧੀਆ ਨਹੀਂ ਹੈਗੇ ਪਰ ਚੜ੍ਹਦੀ ਕਲਾ ਜ਼ਰੂਰ ਹੈਗੀ ਆ, ਕਿਸਾਨਾਂ ਦੀ ਚੜ੍ਹਦੀ ਕਲਾ, ਕੌਮ 'ਚ ਚੜ੍ਹਦੀ ਕਲਾ ਹੈਗੀ ਆ। ਇੱਕ ਪਾਸੇ ਅਸੀਂ ਉਹਨਾਂ ਹਾਲਾਤਾਂ ਵਿੱਚ ਉੱਥੇ ਅੰਦੋਲਨ ਕਰ ਰਹੇ ਹਾਂ, ਠੰਡ ਦਾ ਮੌਸਮ ਹੈ, ਤੁਸੀਂ ਵੀ ਜੈਕਟ ਪਾਈ ਹੈ, ਮੈਂ ਵੀ ਜੈਕਟ ਪਾਈ, ਰਾਤ ਨੂੰ ਚਲੋ ਅਸੀਂ ਆਰਾਮ ਨਾਲ ਆਪਣੇ ਘਰੇ ਸੌਂਦੇ ਹਾਂ, ਉਹ ਕਿਸਾਨ ਉੱਥੇ ਕੋਈ ਟਰਾਲੀ 'ਤੇ ਸੁੱਤਾ, ਕੋਈ ਪੁੰਜੇ ਸੁੱਤਾ, ਵੱਖ-ਵੱਖ ਤਰ੍ਹਾਂ ਦੇ ਉੱਥੇ ਜਿਹੜੇ ਮਾਹੌਲ ਸਾਨੂੰ ਦੇਖਣ ਨੂੰ ਮਿਲਦਾ ਵਾ। ਸੋ ਕਿਸਾਨ ਜਥੇਬੰਦੀ ਦੀ ਜਦੋਂ ਮੀਟਿੰਗ ਹੁੰਦੀ ਤੇ ਮੀਟਿੰਗ ਵਿੱਚ ਵੀ ਉਹਨਾਂ ਨੇ ਸਾਫ਼ ਤੌਰ ਤੇ ਗੱਲ ਕਿਹਾ ਵੀ ਤੁਸੀਂ ਸਾਡੇ ਨਾਲ ਟਾਕ ਕਰਨ ਦੀ ਗੱਲ ਕਰਦੇ ਹੋ, ਜਿਹੜੇ ਬੀਜੇਪੀ ਦੇ ਲੀਡਰ ਨੇ ਸਾਨੂੰ ਗਾਲਾਂ ਕੱਢਦੇ ਨੇ, ਸਾਨੂੰ ਮਾਓਵਾਦੀ ਦੱਸਦੇ ਨੇ, ਸਾਨੂੰ ਨੈਕਸਲਾਈਟ ਦੱਸਦੇ ਨੇ, ਕੀ ਤੁਸੀਂ ਨਕਸਲੀਆਂ ਉੱਥੇ ਜਾ ਕੇ ਆਏ ਹੋ? ਦੇਖੋ ਮੈਂ ਹਮੇਸ਼ਾ ਹੀ ਕਿਹਾ, ਕਮ ਸੇ ਕਮ 100-150 ਮੇਰੀ ਟੀਵੀ ਇੰਟਰਵਿਊ ਹੋਈ ਹੈ ਜਾਂ ਡਿਬੇਟਸ ਤੇ ਗਿਆ, ਮੈਂ ਕਦੀ ਵੀ ਆ ਨਹੀਂ ਕਿਹਾ ਉਹ ਸਾਡੇ ਕਿਸਾਨ ਵੀਰ ਨੇ ਤੇ ਜਿਹੜੇ ਬੀਜੇਪੀ ਲੀਡਰ ਇਦਾਂ ਦੀਆਂ ਗੱਲਾਂ ਕਰਦੇ ਨੇ ਉਹਨਾਂ ਨੂੰ ਕਿਸਾਨ ਵੀਰਾਂ ਕੋਲੋਂ ਮਾਫੀ ਮੰਗਣੀ ਚਾਹੀਦੀ ਹੈ। ਅਸੀਂ ਕਿਸੇ ਵੀ ਢੰਗ ਨਾਲ ਨਹੀਂ ਕਹਿ ਸਕਦੇ ਕਿ ਉਹ ਨਕਸਲਾਈਟ ਨੇ, ਉਹ ਸਾਡੇ ਕਿਸਾਨ ਵੀਰ ਨੇ, ਆਪਣਾ ਹੱਕ ਮੰਗ ਰਹੇ ਨੇ। ਜੇ ਉਹਨਾਂ ਦੇ ਹੱਕ ਮੰਗਣ ਵਾਸਤੇ ਮੈਂ ਵੀ, ਤੁਸੀਂ ਕਹਿੰਦੇ ਹੋ ਜੈਕਟ ਮੈਂ ਪਾਈ ਹੈ ਤੇ ਮੈਂ ਜੈਕਟਾਂ ਉੱਥੇ ਵੰਡ ਕੇ ਆਇਆ। ਜੇ ਜੋ ਚੀਜ਼ ਮੈਂ ਯੂਜ਼ ਕਰਦਾ ਆਪਣੇ ਘਰ, ਮੈਂ ਕੋਸ਼ਿਸ਼ ਕੀਤੀ ਕਿ ਮੈਂ ਉੱਥੇ ਦੇ ਕੇ ਆਵਾਂ ਤੇ ਜੇ ਕਿਉਂਕਿ ਦੇਖੋ ਸਾਡੇ ਕਿਸਾਨ ਵੀਰ ਨੇ, ਸਾਡੇ ਭਰਾ ਨੇ, ਜੇ ਉਹਨਾਂ ਨੂੰ ਕੋਈ ਸਰਕਾਰ ਦੇ ਨਾਲ ਗੁੱਸਾ ਹੈਗਾ ਤੇ ਲੇਕਿਨ ਸਾਨੂੰ ਉਹਨਾਂ ਦੇ ਨਾਲ ਗੁੱਸਾ ਨਹੀਂ ਹੈ, ਨਾ ਹੀ ਸਾਨੂੰ ਉਹਨਾਂ ਦੇ ਨਾਲ ਗੁੱਸਾ ਕਰਨਾ ਚਾਹੀਦਾ ਕਿਉਂਕਿ ਉਹਨਾਂ ਦੇ ਮਨ 'ਚ ਜੋ ਵੀ ਡਾਊਟ ਹੈ ਅੱਜ ਸਰਕਾਰ ਕਰ ਦਿੰਦੀ ਹੈ। ਬਾਰ-ਬਾਰ ਜਿਹੜਾ ਵੀ ਬੀਜੇਪੀ ਦੇ ਅਗੇਂਸਟ ਜਾਂਦਾ ਉਹਨੂੰ ਇਸ ਤਰ੍ਹਾਂ ਦਾ ਕਿਉਂ ਦੇਸ਼ ਤੋਂ ਹੀ ਕਹਿ ਦਿੱਤਾ ਜਾਂਦਾ, ਨੈਕਸਲਾਈਟ ਕਹਿ ਦਿੱਤਾ ਜਾਂਦਾ, ਉਹਨੂੰ ਕਾਂਗਰਸ ਪੱਖੀ ਕਹਿ ਦਿੱਤਾ ਜਾਂਦਾ, ਉਹਨੂੰ ਕਹਿਤਾ ਇਹ ਆਮ ਆਦਮੀ ਪਾਰਟੀ ਦਾ ਵਰਕਰ ਹੈਗਾ, ਕਿਉਂ ਅਜਿਹੀ ਧਾਰਨਾ? ਤੁੰਨਾ ਜੀ ਦੇਖੋ ਇਸ ਕੰਮ 'ਚ ਰਾਜਨੀਤੀ ਤੇ ਹੋ ਹੀ ਰਹੀ ਹੈ, ਚਾਹੇ ਉਹ ਅਕਾਲੀ ਦਲ ਕਰ ਰਿਹਾ ਹੋਵੇ, ਕਾਂਗਰਸ ਕਰ ਰਹੀ ਹੋਵੇ, ਆਮ ਆਦਮੀ ਪਾਰਟੀ ਕਰ ਰਹੀ ਹੋਵੇ ਤੇ ਕਿਉਂਕਿ ਬੀਜੇਪੀ ਵੀ ਇੱਕ ਰਾਜਨੀਤਿਕ ਪਾਰਟੀ ਹੈ। ਮੈਂ ਐਜ਼ ਏ ਕਾਮਨ ਪਰਸਨ ਕਹਿਣਾ ਚਾਹੁੰਦਾ ਕਿ ਉੱਥੇ ਸਾਡੇ ਕਿਸਾਨ ਵੀਰ ਨੇ, ਉਹ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਹੋਣ, ਹੈ ਤੇ ਸਾਡੇ ਕਿਸਾਨ ਵੀਰ ਹੀ, ਅਸੀਂ ਉਹਨਾਂ ਨੂੰ ਕੋਈ ਬੈਡ ਨੇਮ ਨਹੀਂ ਦੇ ਸਕਦੇ, ਨਾ ਹੀ ਸਾਨੂੰ ਦੇਣਾ ਚਾਹੀਦਾ। ਜੇ ਅਸੀਂ ਉਹਨਾਂ ਨੂੰ ਬੈਡ ਨੇਮ ਦਵਾਂਗੇ, ਅਸੀਂ ਉਹਨਾਂ ਨੂੰ ਕੋਈ ਅਪਸ਼ਬਦ ਬੋਲਾਂਗੇ ਤੇ ਸਾਡੀ ਪੀੜ੍ਹੀਆਂ ਸਾਨੂੰ ਮਾਫ ਨਹੀਂ ਕਰਨਗੀਆਂ, ਸਾਡੇ ਗੁਰੂ ਮਹਾਰਾਜ ਸਾਨੂੰ ਉਹਨਾਂ ਨੂੰ ਮਾਫ ਨਹੀਂ ਕਰਨਗੇ। ਇਸ ਕਰਕੇ ਮੇਰੀ ਤੁਹਾਡੇ ਚੈਨਲ ਰਾਹੀਂ ਵੀ ਰਿਕੁਐਸਟ ਹੈ, ਜਿਹੜੇ ਵੀ ਪਾਰਟੀ ਦੇ ਲੀਡਰ ਨੇ, ਚਾਹੇ ਉਹ ਬੀਜੇਪੀ ਦੇ ਨੇ, ਚਾਹੇ ਕਿਸੇ ਹੋਰ ਪਾਰਟੀ ਨਾਲ ਸੰਬੰਧਿਤ ਨੇ, ਕਿਸਾਨ ਵੀਰਾਂ ਨੂੰ ਨਤਮਸਤਕ ਹੋਵੋ, ਉਹਨਾਂ ਦੇ ਪੈਰਾਂ ਦੀ ਮਿੱਟੀ ਚੁੱਕ ਕੇ ਮੱਥੇ ਤੇ ਲਾਓ ਕਿਉਂਕਿ ਸਵੇਰੇ ਦੁਪਹਿਰੇ ਸ਼ਾਮੀ ਜੋ ਵੀ ਅਸੀਂ ਖਾਂਦੇ ਆ ਉਹਨਾਂ ਦੀ ਮਿਹਨਤ ਦਾ ਖਾਂਦੇ ਆ, ਇਸ ਕਰਕੇ ਕਦੀ ਵੀ ਉਹਨਾਂ ਨੂੰ ਬੁਰਾ ਨਾ ਆਖੋ। ਜੀ ਸੋਈ ਸਾਹਿਬ, ਤੁਹਾਡੇ ਕਹਿਣ ਮੁਤਾਬਕ ਜਾਂ ਬੀਜੇਪੀ ਦੇ ਕਹਿਣ ਮੁਤਾਬਕ ਜਿਹੜੇ ਕਾਨੂੰਨ ਨੇ ਉਹ ਸਹੀ ਨੇ, ਤੁਹਾਡੇ ਕਹਿਣ ਮੁਤਾਬਕ ਮੈਂ ਮੰਨ ਲੈਂਦਾ ਵੀ ਕਾਨੂੰਨ ਸਹੀ ਨੇ, ਪਰ ਲੋਕ ਰਾਜ ਦੇ ਵਿੱਚ ਲੋਕ ਵੱਡੇ ਹੁੰਦੇ ਜਾਂ ਲੋਕ ਜਿਨ੍ਹਾਂ ਦੇ ਲਈ ਕਾਨੂੰਨ ਬਣਾਇਆ ਵਾ, ਜੇ ਹੁਣ ਮੈਨੂੰ ਮੂੰਗੀ ਮਸਲੀ ਦਾਲ ਪਸੰਦ ਨਹੀਂ ਹੈਗਾ, ਤੁਸੀਂ ਮੈਨੂੰ ਧੱਕੇ ਨਾਲ ਵੀ ਇੰਦਰਪਾਲ ਤੂੰ ਆਹ ਦਾਲ ਖਾਣੀ ਆ, ਤਾਂ ਗੱਲ ਨਹੀਂ ਬਣਦੀ। ਇਹ ਕਿਸਾਨਾਂ ਨੂੰ ਕਾਨੂੰਨ ਵਾਜਬ ਨਹੀਂ ਹੈਗੇ, ਨਹੀਂ ਪਸੰਦ ਉਹਨਾਂ ਨੂੰ ਕਾਨੂੰਨ, ਤਾਂ ਲੋਕ ਰਾਜ ਦੇ ਵਿੱਚ ਲੋਕ ਵੱਡੇ ਹੁੰਦੇ ਨੇ, ਕਿਉਂ ਨਹੀਂ ਲੋਕਾਂ ਦੀ ਗੱਲ ਮੰਨ ਲਈ ਜਾਂਦੀ? ਦੇਖੋ ਜਿਹੜੀ ਪਾਰਲੀਮੈਂਟਰੀ ਡੈਮੋਕ੍ਰੇਸੀ ਹੁੰਦੀ ਹੈ ਉਹ ਵੀ ਲੋਕਾਂ ਦੇ ਨੁਮਾਇੰਦੇ ਹੀ ਨੇ। 117 ਐਮਐਲਏ ਜਿਹੜੇ ਨੇ, 115 ਐਮਐਲਏ ਨੇ, ਕੈਪਟਨ ਅਮਰਿੰਦਰ ਸਿੰਘ ਉਹਨਾਂ ਦਾ ਵੀ ਅਸੈਂਬਲੀ ਸੈਸ਼ਨ ਅਟੈਂਡ ਕੀਤਾ ਸੀ, ਬਾਕੀ ਵੀ ਸਾਡੇ 13 ਐਮਪੀ ਨੇ, ਲੋਕਾਂ ਦੀ ਆਵਾਜ਼ ਹੀ ਹੈ। ਬਟ ਫਿਰ ਵੀ ਮੈਂ ਕਹਿਣਾ ਚਾਹੁੰਦਾ, ਜੋ ਮਰਜ਼ੀ ਵੀ ਹੈ, ਜੇ ਕਾਨੂੰਨ ਸਾਡੇ ਕਿਸਾਨ ਭਰਾ ਨਹੀਂ ਮੰਨਦੇ ਤੇ ਉਹਨਾਂ 'ਚ ਜੋ ਵੀ ਸ਼ੋਧ ਹੋਣੀ ਚਾਹੀਦੀ ਹੈ ਉਹ ਹੋਵੇ, ਸਰਕਾਰ ਜਲਦੀ ਤੋਂ ਜਲਦੀ ਫੈਸਲਾ ਲਵੇ। ਦੇਖੋ ਮੈਂ ਵੀ 2-4 ਮੀਟਿੰਗਾਂ ਖੇਤੀਬਾੜੀ ਮੰਤਰੀ ਨਾਲ ਵੀ ਕੀਤੀਆਂ ਨੇ, ਬਾਕੀ ਮੰਤਰੀਆਂ ਨਾਲ ਵੀ ਕੀਤੀਆਂ ਨੇ, ਉਹਦੀ ਮੀਟਿੰਗਾਂ 'ਚ ਆਹੋ ਹੀ ਹੱਥ ਜੋੜ ਕੇ ਬੇਨਤੀ ਕੀਤੀ, ਅਰਦਾਸ ਕੀਤੀ ਹੈ ਕਿ ਪਲੀਜ਼ ਸਾਡੇ ਕਿਸਾਨਾਂ ਨੂੰ ਹੋਰ ਨਾ ਉੱਥੇ ਰੁਲਣ ਦਿਓ ਸਿੰਘੂ ਬਾਰਡਰ ਤੇ, ਉਹਨਾਂ ਦਾ ਹੱਲ ਕੱਢੋ ਜਿੱਦਾਂ ਦਾ ਵੀ। ਜੇ ਨਹੀਂ ਮੰਨਦੇ, ਦੇਖੋ ਨੈਚੁਰਲੀ ਤੁਸੀਂ ਕਿਹਾ ਕਿ ਜੇ ਕਿਸੇ ਚੀਜ਼ ਨੂੰ ਸਾਡੇ ਕਿਸਾਨ ਵੀਰਾਂ ਵਾਸਤੇ ਬਣਾਈ ਗਈ ਹੈ, ਜੇ ਉਹ ਕਿਸਾਨ ਵੀਰ ਨਹੀਂ ਲੈਣਾ ਚਾਹੁੰਦੇ ਤਾਂ ਠੀਕ ਹੈ, ਉਹਨਾਂ ਦੇ ਵਿੱਚ ਚੇਂਜ ਕਰ ਦਿਓ। ਜੇ ਚੇਂਜ ਨਹੀਂ ਕਰਨਾ, ਜੇ ਚੇਂਜ ਨਹੀਂ ਹੋ ਸਕਦਾ ਕਿਉਂਕਿ ਹਿੰਦੁਸਤਾਨ ਵਾਸਤੇ ਕਾਨੂੰਨ ਬਣੇ ਨੇ ਤੇ ਪੰਜਾਬ 1% ਕਿਸਾਨੀ ਨੂੰ ਰਿਪਰੈਜ਼ੈਂਟ ਕਰਦਾ। ਹਿੰਦੁਸਤਾਨ 'ਚ 14 ਕਰੋੜ ਕਿਸਾਨ ਨੇ ਤੇ ਪੰਜਾਬ 'ਚ ਕਿਸਾਨ 14 ਲੱਖ ਨੇ, ਤੇ ਲੇਕਿਨ ਫਿਰ ਵੀ ਤੁਸੀਂ ਪੰਜਾਬ ਵਾਸਤੇ ਨਵਾਂ ਕਾਨੂੰਨ ਬਣਾ ਦਿਓ, ਕੁਛ ਨਾ ਕੁਛ ਕਰੋ ਜਿਹਦੇ ਨਾਲ ਪੰਜਾਬ ਦੇ ਕਿਸਾਨ ਸੈਟੀਸਫਾਈ ਹੋਣ। ਦੇਖੋ ਯੂਨੀਅਨਸ ਦੇ ਵਿੱਚ ਕਈ ਤਰ੍ਹਾਂ ਦੀ ਯੂਨੀਅਨਸ ਨੇ ਜੀ, ਉਹਨਾਂ ਦੇ ਵਿੱਚ ਆਪਸੀ ਕੋਈ ਮਤਭੇਦ ਹੋ ਸਕਦੇ ਨੇ। ਕਈ ਵਾਰੀ 40 ਬੰਦਿਆਂ ਦੇ ਵਿੱਚ ਇੱਕ ਘਰ 'ਚ 4 ਬੰਦੇ ਹੋਣ, ਉਹਨਾਂ ਦੇ ਵਿਚਾਰ ਨਹੀਂ ਮਿਲਦੇ ਤੇ ਉਹ 40 ਬੰਦੇ ਰਿਪਰੈਜ਼ੈਂਟ ਕਰ ਰਹੇ ਨੇ। ਮੈਨੂੰ ਲੱਗਦਾ ਕਿ ਤੀਜੀ ਧਿਰ ਬੜੀ ਜ਼ਰੂਰੀ ਸੀਗੀ ਤੇ ਜਿਹੜੀ ਤੀਜੀ ਧਿਰ ਜਿਹੜੀ ਕਿਸਾਨ ਸਾਡੇ ਸੁਪਰੀਮ ਕੋਰਟ ਨੇ ਆਹ ਫੈਸਲਾ ਕਰ ਰਹੀ ਹੈ,
ਮੈਨੂੰ ਲੱਗਦਾ ਇਹਦਾ ਹੱਲ ਕੋਈ ਨਾ ਕੋਈ ਜ਼ਰੂਰ ਨਿਕਲੇਗਾ। ਉਹ ਸਾਡੇ ਵਾਸਤੇ ਮੈਂ ਕਹਿੰਦਾ ਖੁਸ਼ੀ ਵਾਲੀ ਗੱਲ ਹੈ ਜਿਹੜੀ 40 ਧਿਰਾਂ ਦੀ ਤੁਸੀਂ ਗੱਲ ਕਰਦੇ ਹੋ, ਜਿਹੜੇ ਕਿਸਾਨ ਜਥੇਬੰਦੀਆਂ ਨੇ, ਇਹ ਪਹਿਲੀ ਵਾਰ ਹੋਇਆ ਵਾ ਪੰਜਾਬ ਦੇ ਇਤਿਹਾਸ ਦੇ ਵਿੱਚ ਵੀ ਐਡਾ ਵੱਡਾ ਅੰਦੋਲਨ ਚੱਲ ਰਿਹਾ ਤੇ ਕਿਸਾਨ ਜਥੇਬੰਦੀਆਂ ਵਿਕੀਆਂ ਨਹੀਂ ਹੈਗੀਆਂ ਨੇ। ਹੁਣ ਤੱਕ ਸਾਡੇ ਪੰਜਾਬ ਦਾ, ਸਾਡੇ ਦੇਸ਼ ਦਾ ਪਿਛੋਕੜ ਰਿਹਾ ਵਾ, ਜਿਹਨੇ ਸਰਕਾਰਾਂ ਨਾਲ ਮੱਥਾ ਲਾਇਆ ਤੇ ਵਿੱਚੋਂ ਕੁਛ ਕੁ ਵਿਕ ਨਹੀਂ, ਗਏ। ਆਪਾਂ ਕਿਸੇ ਦੀ ਦੇਖੋ ਅੰਦੋਲਨ ਖੇਡੇ ਜਾਂਦਾ, ਸੋ ਮੈਂ ਖੁਸ਼ੀ ਦੀ ਗੱਲ ਹੈ ਸਾਡੇ ਵਾਸਤੇ। ਆਪਾਂ ਕਿਸੇ ਤੇ ਉਂਗਲ ਕਿਉਂ ਚੱਕੀ, ਅਸੀਂ ਕਿਉਂ ਚੱਕੀ ਹੈ, ਕਹੀਏ ਕਿ ਉਹ ਵਿਕ ਸਕਦੇ ਨੇ ਕਿਉਂਕਿ ਉਹ ਸਾਡੇ ਹੀ ਭਰਾ ਨੇ ਤੇ ਯੂਨੀਅਨ ਦੇ ਆਗੂ ਬਣ ਗਏ ਤੇ ਸਾਡੇ ਵਿੱਚੋਂ ਨਿਕਲ ਕੇ ਬਣੇ ਨੇ ਨਾ। ਉਹ ਸਾਰੇ ਬੜੇ ਸਨਮਾਨਿਤ ਨੇ, ਬੜੇ ਸਤਿਕਾਰਯੋਗ ਨੇ। ਮੈਂ ਜਿੰਨਾ ਤੱਕ ਕੋਈ ਪ੍ਰੂਫ ਨਾ ਹੋ ਜਾਏ ਉਨ ਤੱਕ ਸਾਰੇ ਇਮਾਨਦਾਰ ਹੁੰਦੇ ਨੇ। ਇਸ ਕਰਕੇ ਕਦੀ ਵੀ ਨਹੀਂ ਕਵਾਂਗੇ, ਮੇਰਾ ਕਹਿਣ ਦਾ ਮਤਲਬ ਸੀਗਾ ਕਿ ਜਿਹੜੇ ਵਿਚਾਰ ਨੇ ਉਹ 40 ਬੰਦਿਆਂ ਦੇ ਇਕੱਠੇ ਬਹਿ ਕੇ ਨਹੀਂ ਮਿਲ ਸਕਦੇ ਹੁੰਦੇ। ਘਰ 'ਚ ਅਸੀਂ 2 3 4 ਜੀ ਹੋਈਏ, ਸਾਡੇ ਆਪਣੇ ਵਿਚਾਰ ਨਹੀਂ ਮਿਲਦੇ। ਇਸ ਕਰਕੇ ਕੋਈ ਜੇ ਇੱਕ ਬੰਦੇ 40 ਯੂਨੀਅਨ ਸੀਗੀਆਂ ਕੁੱਲ ਮਿਲਾ ਕੇ ਜੇ ਉਹਨਾਂ ਨੂੰ ਆਪਣੇ ਰਿਪਰੈਜ਼ੈਂਟੇਟਿਵ ਅੱਗੇ ਕਰ ਦਿੰਦੀਆਂ, 5-7 ਬੰਦੇ ਅੱਗੇ ਕਰ ਜਾਂਦੇ ਜਿਨ੍ਹਾਂ ਦੇ ਉਹਨਾਂ ਨੂੰ ਆਥੋਰਾਈਜ਼ ਕਰ ਦਿੰਦੇ। ਬਟ ਚਲੋ ਛੱਡ ਦਿਓ, ਸਾਰੀਆਂ ਗੱਲਾਂ ਖਤਮ ਹੋ ਗਈਆਂ। ਜਦੋਂ ਸੁਪਰੀਮ ਕੋਰਟ ਨੇ ਹੀ ਇਹਦਾ ਸੰਗਿਆਨ ਲੈ ਲਿਆ, ਜਦੋਂ ਸੁਪਰੀਮ ਕੋਰਟ ਹੀ ਫੈਸਲਾ ਕਰ ਰਿਹਾ ਤੇ ਸੁਪਰੀਮ ਕੋਰਟ ਦੇ ਉੱਪਰ ਤੇ ਸਾਰਿਆਂ ਨੂੰ ਵਿਸ਼ਵਾਸ ਰੱਖਣਾ ਚਾਹੀਦਾ ਤੇ ਐਡੇ ਐਡੇ ਵੱਡੇ ਫੈਸਲੇ ਸੁਪਰੀਮ ਕੋਰਟ ਨੇ ਦਿੱਤੇ ਨੇ। ਮੈਨੂੰ ਲੱਗਦਾ ਇਹਦੇ 'ਚ ਵੀ ਸੁਪਰੀਮ ਕੋਰਟ ਜਿਹੜੀ ਹੈ ਜਾਇਜ਼, ਸਾਨੂੰ ਆਪਣੇ ਜੱਜਾਂ ਤੇ ਮਾਣ ਹੋਣਾ ਚਾਹੀਦਾ, ਜੁਡੀਸ਼ਰੀ ਤੇ ਹੀ। ਰੱਬ ਤੋਂ ਬਾਅਦ ਹਿੰਦੁਸਤਾਨ 'ਚ ਤੇ ਜੁਡੀਸ਼ਰੀ ਹੋਈ ਹੈ ਤੇ ਜੁਡੀਸ਼ਰੀ ਦੇ ਮਾਨ ਮੈਨੂੰ ਹੁੰਦਾ ਜੁਡੀਸ਼ਰੀ ਕੋਈ ਨਾ ਕੋਈ ਫੈਸਲਾ ਸਹੀ ਢੰਗ ਨਾਲ ਕਰੇਗੀ। ਸਾਹਿਬ ਤੁਸੀਂ ਜੋ ਮਰਜ਼ੀ ਕੋ, ਤੁਹਾਨੂੰ ਇਹ ਤਾਂ ਮੰਨਣਾ ਪੈਣਾ ਵੀ ਡੈਮੋਕ੍ਰੇਸੀ ਦਾ ਕਤਲ ਮੋਦੀ ਸਰਕਾਰ ਨੇ ਕੀਤਾ ਵਾ। ਪਹਿਲਾਂ ਟੇਢੇ ਰਸਤੇ ਆਰਡੀਨੈਂਸ ਲੈ ਕੇ ਆਂਦਾ, ਐਡੇ ਕੋਈ ਜ਼ਰੂਰਤ ਨਹੀਂ ਸੀ ਆਰਡੀਨੈਂਸ ਲਿਆਉਣ ਦੀ। ਤੁਹਾਨੂੰ ਵੀ ਪਤਾ ਆਰਡੀਨੈਂਸ ਦਾ ਮਤਲਬ ਹੁੰਦਾ ਵੀ ਦੇਸ਼ ਦੇ ਉੱਤੇ ਬੜੀ ਵਿਪਤਾ ਪਈ ਹੈ ਵੀ ਆ ਆਰਡੀਨੈਂਸ ਲਿਆ ਕੇ ਫਟਾਫਟ ਇਹਨੂੰ ਪਾਸ ਕਰ ਦਈਏ। ਇੰਦਰਪਾਲ ਜੀ ਨਾ ਗੱਲਾਂ ਕਰੀਏ। ਸਵਾਲ ਪੂਰਾ ਹੁੰਦਾ ਮੇਰਾ। ਬਿਹਾਰ ਦੇ ਵਿੱਚ ਇਲੈਕਸ਼ਨ ਹੁੰਦੀ ਆ, ਵੱਡਾ ਹਜੂਮ ਇਕੱਠਾ ਹੁੰਦਾ। ਅਮਿਤ ਸ਼ਾਹ ਵੈਸਟ ਬੰਗਾਲ ਜਾਂਦੇ ਨੇ, ਵੱਡਾ ਹਜੂਮ ਇਕੱਠਾ ਹੁੰਦਾ ਤੇ ਉੱਥੇ ਲੱਖਾਂ ਦੇ ਹਿਸਾਬ ਨਾਲ ਗਿਣਤੀ ਹੁੰਦੀ ਤੇ ਸੈਂਕੜੇ ਦੇ ਹਿਸਾਬ ਨਾਲ ਜਿਹੜੇ ਲੋਕ ਹਜ਼ਾਰਾਂ ਦੇ ਗਿਣਤੀ ਦੇ ਵਿੱਚ ਜਿਹੜਾ ਸਾਰਾ ਆਮਲਾ ਮਿਲਾ ਕੇ ਪਾਰਲੀਮੈਂਟ ਦਾ 1000 ਤੋਂ ਵੱਧ ਗਿਣਤੀ ਨੇ, ਜੋ ਐਡਾ ਪ੍ਰਕੂਸ਼ਨ ਵੀ ਹੁੰਦਾ ਵਾ। ਪਾਰਲੀਮੈਂਟ ਦਾ ਸੈਸ਼ਨ ਇਹ ਕਹਿ ਕੇ ਰੱਦ ਕਰ ਦਿੱਤਾ ਜਾਂਦਾ ਵਾ, ਅੱਗੇ ਪਾ ਦਿੱਤਾ ਜਾਂਦਾ ਵਾ ਵੀ ਕਰੋਨਾ ਚੱਲ ਰਿਹਾ। ਕਿ ਉਹ ਅਮਿਤ ਸ਼ਾਹ ਦੀ ਰੈਲੀ ਵਿੱਚ ਕਰੋਨਾ ਨਹੀਂ ਆਉਂਦਾ ਜਾਂ ਬਿਹਾਰ ਦੇ ਇਲੈਕਸ਼ਨ ਵਿੱਚ ਕਰੋਨਾ ਨਹੀਂ ਆਇਆ ਜੀ? ਦੇਖੋ ਆਪਾਂ ਨੂੰ ਨਾ ਹਰ ਜਿਹੜੀਆਂ ਪਾਰਟੀਆਂ ਨੂੰ ਨਾ ਸੇਮ ਗੱਲਾਂ ਕਰਨੀਆਂ ਚਾਹੀਦੀਆਂ ਨੇ। ਜਿੱਦਾਂ ਹੁਣ ਕਾਂਗਰਸ ਨੇ ਇੱਥੇ ਘੁਮਾਇਆ ਰਾਹੁਲ ਗਾਂਧੀ ਨੂੰ ਸਾਰੇ ਪੰਜਾਬ 'ਚ, ਉਦੋਂ ਕਰੋਨਾ ਨਹੀਂ ਸੀ। ਹੁਣ ਤੁਸੀਂ ਇੱਕ ਪਾਰਟੀ ਵੱਲ ਉਂਗਲ ਨਾ ਚੱਕੋ, ਕਿਉਂਕਿ ਜਦੋਂ ਪਾਰਲੀਮੈਂਟਰੀ ਡੈਮੋਕ੍ਰੇਸੀ ਹੁੰਦੀ ਹੈ, ਡੈਮੋਕ੍ਰੇਸੀ ਤਾਂ ਹਰ ਬੰਦੇ ਦਾ ਸੇਮ ਰਾਈਟ ਹੁੰਦਾ ਹੈ, ਉਹ ਚਾਹੇ ਬੀਜੇਪੀ ਹੋਵੇ, ਕਾਂਗਰਸ ਹੋਵੇ, ਆਮ ਆਦਮੀ ਪਾਰਟੀ ਹੋਵੇ, ਕੋਈ ਵੀ ਹੋਵੇ। ਇਸ ਕਰਕੇ ਅਸੀਂ ਉਸ ਗੱਲ ਵੱਲ ਨਾ ਜਾਈਏ। ਲੇਕਿਨ ਜਿੰਨਾ ਜੇ ਕੋਈ ਪਾਰਲੀਮੈਂਟਰੀ ਡੈਮੋਕ੍ਰੇਸੀ ਨੂੰ ਪ੍ਰੋਟੈਕਟ ਕੀਤਾ ਹੈਗਾ ਤੇ ਉਹ ਪ੍ਰਧਾਨ ਮੰਤਰੀ ਮੋਦੀ ਜੀ ਦੇ ਅੰਦਰ ਅਗਵਾਈ ਹੇਠ ਸਰਕਾਰ ਨੇ ਕੀਤਾ ਹੈ। ਡਰ ਸੀਗਾ ਸਰਕਾਰ ਅੰਦਰ ਵੀ ਸਾਡਾ ਵਿਰੋਧ ਹੋਏਗਾ ਦੁਬਾਰਾ, ਕਿਉਂਕਿ ਜਦੋਂ ਉਦੋਂ ਵੀ ਵਿਰੋਧ ਹੋਇਆ, ਚਲੋ ਧੱਕੇ ਨਾਲ ਪਾਸ ਹੋ ਗਿਆ, ਕਿਉਂਕਿ ਮੈਜੋਰਟੀ ਹੈ ਨਹੀਂ ਸੀ, ਰਾਜ ਸਭਾ ਮੈਜੋਰਟੀ ਸੀ, ਉੱਥੇ ਵੋਟਿੰਗ ਨਹੀਂ ਹੋਈ ਹੈਗੀ। ਤੁਹਾਨੂੰ ਵੀ ਪਤਾ ਇਸ ਚੀਜ਼ ਦਾ। ਸੋ ਕੀ ਡਰ ਲੱਗਦਾ ਸੀ ਸਰਕਾਰ ਨੂੰ ਵੀ ਵਿਰੋਧ ਹੋਏਗਾ ਸਾਡਾ? ਤੁਹਾਨੂੰ ਲੱਗਦਾ ਹੈਗਾ ਕਿ ਸਰਕਾਰਾਂ ਜਿਹੜੀਆਂ ਨੇ ਨਾ ਮੈਜੋਰਟੀ ਦੇ ਨਾਲ ਹੀ ਚੱਲਦੀਆਂ ਨੇ, ਸਰਕਾਰਾਂ ਵੈਲਫੇਅਰ ਸਟੇਟ ਹੁੰਦੀਆਂ ਨੇ। ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਜੇ ਪੰਜਾਬ ਦਾ ਸਰਕਾਰ ਦਾ ਰੋ ਕਰਜ਼ੇ 'ਚ ਡੁੱਬਿਆ ਹੋਇਆ ਤੇ ਉਹ ਪੁਰਾਣੇ ਕਾਨੂੰਨਾਂ ਕਰਕੇ ਡੁੱਬਿਆ ਹੋਇਆ ਨਾ, ਉਹ ਕਾਨੂੰਨ ਤੇ ਨਵੇਂ ਕਾਨੂੰਨ ਅਜੇ ਲਾਗੂ ਹੀ ਨਹੀਂ ਹੋਏ। ਤੇ ਜੇ ਸੁਸਾਈਡ ਅਜੇ ਵੀ ਹੋ ਰਹੇ ਨੇ, ਇਹ ਕਰਜ਼ਾ ਅਜੇ ਵੀ ਚੜਿਆ ਹੋਇਆ ਤੇ ਨੁਕਸਾਨ ਅਜੇ ਵੀ ਸਾਡੇ ਪੰਜਾਬ ਦਾ ਹੋ ਰਿਹਾ ਜਾਂ ਹਿੰਦੁਸਤਾਨ ਦਾ ਹੋ ਰਿਹਾ, ਤੇ ਪੁਰਾਣੇ ਕਾਨੂੰਨਾਂ ਕਰਕੇ ਹੋ ਰਿਹਾ। ਜਿੰਨਾ ਤੱਕ ਰਿਫਾਰਮਸ ਨਹੀਂ ਆਉਣਗੇ, ਜਿੰਨਾ ਤੱਕ ਅਸੀਂ ਕਿਸੇ ਚੀਜ਼ ਨੂੰ ਐਕਸਪੈਰੀਮੈਂਟ ਨਹੀਂ ਕਰਾਂਗੇ। ਅੱਜ ਤੁਸੀਂ ਦੱਸ ਦਿਓ, ਤੁਸੀਂ ਵੀ ਪੰਜਾਬ ਦੇ ਵਸਨੀਕ ਹੋ, ਕਿਸਾਨ ਪਰਿਵਾਰ ਨਾਲ ਵੀ ਸੰਬੰਧ ਰੱਖਦੇ ਹੋਵੋਗੇ, ਸਾਡੀ ਕੋਈ ਜ਼ਮੀਨ ਖੋ ਸਕਦਾ ਹੈ? ਜੀ ਨਹੀਂ। ਸਾਡੀ ਕੋਈ ਜ਼ਮੀਨ ਖੋ ਸਕਦਾ? ਨਹੀਂ। ਦੱਸੋ, ਸਾਡੀ ਕੋਈ ਜ਼ਮੀਨ ਖੋ ਸਕਦਾ? ਮੈਨੂੰ ਕਹਿੰਦਾ ਜਵਾਬ ਦਿਓ। ਜ਼ਮੀਨ ਤਾਂ ਚਲੋ ਨਹੀਂ ਖੋ ਸਕਦਾ ਹੈਗਾ, ਪਰ ਕਿਸਾਨ ਨਹੀਂ, ਡਰ ਕਾਹਦਾ? ਕਿਸਾਨ ਇੰਨਾ, ਹੁਣ ਸਾਰੇ ਕਿਸਾਨ ਵੀ ਪੜ੍ਹੇ ਲਿਖੇ ਨਹੀਂ ਹੈਗੇ। ਕਿਸਾਨ ਦਾ ਵਿੱਚ ਉੱਥੇ ਕੋਈ ਬੰਦਾ ਐਡਾ ਵੱਡਾ ਉਹ ਇੰਦਰਪਾਲ ਜੀ ਕਿਸ ਚੀਜ਼ ਦਾ ਸਭ ਤੋਂ ਜ਼ਿਆਦਾ ਨਾ ਛੱਡ ਦਿਓ ਐਗਰੀਮੈਂਟ ਨੂੰ। ਹੁਣੇ ਇੱਕ ਖਬਰ ਨਸ਼ਰ ਕਰ ਦੇਣਾ, ਮੱਧ ਪ੍ਰਦੇਸ਼ ਦੇ ਜਿਹੜੇ ਚੀਫ ਮਿਨਿਸਟਰ ਹੈਗੇ ਨੇ, ਉਹਨਾਂ ਦੇ ਜ਼ਿਲ੍ਹੇ ਦੀ ਖਬਰ ਆ 150 ਤੋਂ ਵੱਧ ਕਿਸਾਨਾਂ ਨਾਲ ਇੱਕ ਠੱਗੀ ਮਾਰ ਕੇ ਚਲੇ ਗਿਆ ਨਵੇਂ ਕਾਨੂੰਨਾਂ ਤਹਿਤ। ਇੱਕ ਵਪਾਰੀ ਉਹ ਦਰ ਦੀ ਠੋਕਰਾਂ ਖਾਣ ਨੂੰ ਮਜਬੂਰ ਬੈਠੇ ਹੋਏ ਨੇ। ਮੈਂ ਤੇ ਤੁਹਾਨੂੰ ਆਹ ਗੱਲ ਦੱਸਣਾ, ਹੁਣ ਮੈਨੂੰ ਮੱਧ ਪ੍ਰਦੇਸ਼ 'ਚ ਨਹੀਂ ਪਤਾ ਕੀ ਹੋਇਆ ਜਾਂ ਕੀ ਨਹੀਂ ਹੋਇਆ। ਮੈਂ ਤੇ ਪੰਜਾਬ ਦੀ ਗੱਲ ਕਰਦਾ, ਮੈਂ ਪੰਜਾਬੀ ਹਾਂ ਤੇ ਪੰਜਾਬ ਦੀ ਗੱਲ ਹੀ ਕਰਾਂਗਾ। ਪੰਜਾਬ 'ਚ ਮੈਨੂੰ ਦੱਸ ਦਿਓ, ਵੱਟ ਪਿੱਛੇ ਕਤਲ ਹੋ ਜਾਂਦਾ ਜੀ। ਸਾਡੀ ਵੱਟ ਕਿਹੜਾ ਖੋ ਕੇ ਲੈ ਜਾਊ? ਸਾਡੀ ਕਿਹੜਾ ਜ਼ਮੀਨ ਖੋ ਕੇ ਲੈ ਜਾਊ? ਕੋਈ ਸਾਡੀ ਜ਼ਮੀਨ ਨਹੀਂ ਖੋ ਸਕਦਾ। ਭਰਮ ਭੁਲੇਖੇ ਨੇ। ਸਾਡੀ ਜ਼ਮੀਨ ਸਾਡੇ ਕੋਲ ਹੈ ਕਿੱਥੇ? 99% ਜ਼ਮੀਨ ਤੇ ਸਾਡੀ ਰਹਿਣ ਪਈ ਹੈ। ਲਕੀਰਾਂ ਜਾ ਕੇ ਪਟਵਾਰਖਾਨਿਆਂ 'ਚ ਵੇਖ ਲਓ, ਰੈਵਨਿਊ ਰਿਕਾਰਡਸ, ਸਾਡੇ ਜ਼ਮੀਨਾਂ ਤੇ ਪਹਿਲਾਂ ਹੀ ਲਕੀਰਾਂ ਵੱਜੀਆਂ ਹੋਈਆਂ। ਮੈਂ ਔਨ ਰਿਕਾਰਡ ਕਹਿ ਰਿਹਾ, ਸਿਰਫ 3000 ਤੋਂ ਲੈ ਕੇ 4000 ਖਰੇ ਨੰਬਰ ਨੇ, ਹੋਰ ਬਾਕੀ ਖਰੇ ਨੰਬਰ ਹੀ ਨਹੀਂ ਹੈ। ਤੇ ਇਸ ਕਰਕੇ ਸਾਡੀਆਂ ਜ਼ਮੀਨਾਂ ਦੇ ਬਾਕੀ APMC ਐਕਟ, ਮੰਡੀਆਂ ਸਾਡੀਆਂ ਕਾਇਮ ਨੇ। ਉਹੀ ਗੱਲ ਨਾ, ਇਹਨਾਂ ਗੱਲਾਂ ਦਾ ਹੁਣ ਵਿਚਾਰ ਦਾ ਰਿਹਾ ਹੀ ਨਹੀਂ ਨਾ। ਤੁਸੀਂ ਕਹਿ ਰਹੇ ਹੋ ਸਹੀ ਆ, ਮੈਂ ਮੰਨ ਵੀ ਲਿਆ ਵੀ ਸੋਈ ਸਾਹਿਬ ਕਹਿੰਦੇ ਸਹੀ ਆ, ਪਰ ਕਿਸਾਨ ਜਥੇਬੰਦੀਆਂ ਸਾਨੂੰ ਨਹੀਂ ਚਾਹੀਦਾ। ਮੈਂ ਨਹੀਂ ਕਹਿੰਦਾ ਕਿ ਸਹੀ ਹੈ, ਸਹੀ ਗਲਤ ਤੇ ਕਿਸਾਨਾਂ ਨੇ ਵੇਖਣਾ। ਦੇਖੋ, ਨੈਚੁਰਲੀ ਉਹਨਾਂ ਨੇ ਦੇਖਣਾ ਤੇ ਉਹਨਾਂ ਨੂੰ ਸੈਟੀਸਫਾਈ ਕਰਨਾ ਸਰਕਾਰ ਦਾ ਕੰਮ ਹੈ। ਜੇ ਸਰਕਾਰ ਦੇ ਵਿੱਚ ਤੇ ਯੂਨੀਅਨਸ ਦੇ ਵਿੱਚ ਕੋਈ
ਨਹੀਂ ਬਣ ਪਾ ਰਿਹਾ ਰੈਜ਼ੋਲੂਸ਼ਨ, ਤੇ ਉਹ ਤੋਂ ਬਾਅਦ ਤੀਜੀ ਧਿਰ ਆ ਗਈ ਸੁਪਰੀਮ ਕੋਰਟ। ਉਸ ਤੋਂ ਬਾਅਦ ਤੇ ਦੇਖੋ ਪਿਲਰ ਆਫ ਡੈਮੋਕ੍ਰੇਸੀ ਜਿਹੜੇ ਹੈ, ਹਰ ਪਿਲਰ ਨੂੰ ਐਕਸਪਲੋਰ ਕਰਨਾ ਚਾਹੀਦਾ, ਤੇ ਹੁਣ ਜਿਹੜਾ ਫੋਰਥ ਪਿਲਰ ਆਫ ਡੈਮੋਕ੍ਰੇਸੀ ਹੈ ਉਹ ਸੁਪਰੀਮ ਕੋਰਟ ਉਹ ਕਰ ਰਹੀ ਹੈ ਜੀ। ਕੋਈ ਹੱਲ ਨਿਕਲੇਗਾ ਇਹਦਾ ਜ਼ਰੂਰ। ਰਵਨੀਤ ਬਿੱਟੂ ਹੋਰਾਂ ਨੇ ਹੁਣ ਤੱਕ ਬਲਵੰਤ ਸਿੰਘ ਰਾਜੂ ਹੋਰਾਂ ਦੀ ਜਿਹੜੀ ਫਾਂਸੀ ਦੀ ਸਜ਼ਾ ਵਾ ਉਹਦੇ ਉੱਤੇ ਲੈ ਕੇ ਸਖਤ ਸਟੈਂਡ ਰਿਹਾ ਵਾ। ਉਹ ਅਜਿਹੇ ਬਿਆਨ ਕਰਕੇ ਚਰਚਾ ਵਿੱਚ ਵੀ ਰਹੇ ਨੇ ਵੀ ਇਹਨੂੰ ਫਾਂਸੀ ਦੇਣੀ ਚਾਹੀਦੀ ਆ, ਮਾਫ ਨਹੀਂ ਕਰਨਾ ਚਾਹੀਦਾ। ਤਾਂ ਬੀਤੇ ਦਿਨ ਉਹਨਾਂ ਦਾ ਇੱਕ ਵੱਡਾ ਬਿਆਨ ਆਉਂਦਾ ਵਾ ਵੀ ਸਰਕਾਰ ਤਿੰਨੇ ਕਾਨੂੰਨ ਵਾਪਸ ਲੈ ਲਵੇ, ਮੈਂ ਹੱਥ ਜੋੜ ਕੇ ਜਾ ਕੇ ਰਾਜੂ ਹੋਰਾਂ ਦੀ ਮਾਫੀ ਦੀ ਅਪੀਲ ਮੈਂ ਕਰੂੰਗਾ, ਮੈਨੂੰ ਰਾਜੂ ਹੋਰਾਂ ਦੀ ਸਾਡਾ ਸਾਰਾ ਪਰਿਵਾਰ ਮਾਫੀ ਦੇਣ ਨੂੰ ਤਿਆਰ ਬੈਠਾ ਵਾ। ਵੱਡਾ ਬਿਆਨ ਦਿੱਤਾ। ਹੁਣ ਤੱਕ ਉਹ ਇਸ ਚੀਜ਼ ਦੇ ਵਿਰੋਧ 'ਚ ਸੀਗੇ। ਹਾਂਜੀ, ਤੁਸੀਂ ਇਹਦੇ ਬਾਰੇ ਕੀ ਕਹੋਗੇ ਜੀ? ਦੇਖੋ ਐਜ਼ ਏ ਪਰਸਨਲ, ਜੇ ਪੰਜਾਬੀ ਹੋਣ ਦੇ ਨਾਤੇ ਪਾਰਟੀ ਫੰਕਸ਼ਨਰੀ ਸਾਈਡ ਤੇ ਰੱਖਦੇ ਹੋ, ਮੈਂ ਖੁਦ ਅਪੀਲ ਕਰੂੰਗਾ ਪ੍ਰਧਾਨ ਮੰਤਰੀ ਸਾਹਿਬ ਨੂੰ ਕਿ ਰਾਜੂ ਆਨੇ ਨੇ ਦੋ ਉਮਰ ਕੈਦਾਂ ਭੁਗਤ ਲਈਆਂ, ਉਮਰ ਕੈਦ ਦੀ ਇਹਨਾਂ ਨੂੰ ਸਜ਼ਾ ਹੋਈ ਸੀਗੀ, ਉਸ ਤੋਂ ਹੀ ਵੱਧ ਭੁਗਤ ਲਈਆਂ। ਰਾਜੂ ਆਨਾ ਸਾਹਿਬ ਨੂੰ ਰਿਲੀਜ਼ ਕਰ ਦਿੱਤਾ ਜਾਣਾ ਚਾਹੀਦਾ। ਆ ਮੇਰੇ ਵੱਲੋਂ ਖੁਦ ਮੇਰਾ ਬੀਜੇਪੀ ਦਾ ਬਿਆਨ ਨਹੀਂ ਹੈ, ਮੇਰਾ ਬਿਆਨ ਹੈ। ਤੁਹਾਡਾ ਵੀ ਬਿਆਨ ਹੈ, ਮੇਰਾ ਵੀ ਬਿਆਨ ਹੈ ਵੀ ਰਾਜੂ ਆਨਾ ਨੂੰ ਰਿਲੀਵ ਕਰ ਦਿਓ। ਮੈਂ ਰਵਨੀਤ ਬਿੱਟੂ ਹੋਰਾਂ ਦੀ ਗੱਲ ਕਰਦਾ ਵੀ ਇਸੋਂ ਤੱਕ ਨੌਬਤ ਪਹੁੰਚ ਗਈ, ਜਿਹੜਾ ਬੰਦਾ ਹੁੱਬ ਕੇ ਕਹਿੰਦਾ ਸੀ ਵੀ ਇਹਨੂੰ ਫਾਂਸੀ ਦਿਓ, ਅੱਜ ਉਹ ਬੰਦਾ ਕਹਿੰਦਾ ਕਾਨੂੰਨ ਵਾਪਸ ਕਰ ਦਿਓ, ਮਾਫ ਕਰ ਦਿਓ ਰਾਜੂ ਆਨੇ ਨੂੰ। ਇਦਾਂ ਹੈ ਤੁੰਨਾ ਜੀ, ਉਹ ਤੇ ਰਾਜਨੀਤਿਕ ਬੰਦੇ ਨੇ, ਉਹਨਾਂ ਨੇ ਰਾਜਨੀਤਿਕ ਫਾਇਦਾ ਦੇਖਣਾ, ਉਹਨਾਂ ਨੇ ਪੰਜਾਬ ਦਾ ਇਲੈਕਸ਼ਨ 2022 ਦਾ ਉਹਨੂੰ ਦੇਖਣਾ। ਮੈਂ ਐਜ਼ ਏ ਕਾਮਨ ਪਰਸਨ, ਤੁਸੀਂ ਐਜ਼ ਏ ਕਾਮਨ ਪਰਸਨ, ਜੇ ਮੈਂ ਆਪਣੀ ਬੀਜੇਪੀ ਪਾਰਟੀ ਨੂੰ ਜਾਂ ਪ੍ਰਧਾਨ ਮੰਤਰੀ ਸਾਹਿਬ ਨੂੰ ਵੀ ਅਪੀਲ ਕਰਦਾ ਤੁਹਾਡੇ ਚੈਨਲ ਰਾਹੀਂ ਕਿ ਉਹਨੇ ਦੋ ਉਮਰ ਕੈਦਾਂ ਭੁਗਤ ਲਈਆਂ, ਉਹਨੂੰ ਛੱਡ ਦੇਣਾ ਚਾਹੀਦਾ ਹੁਣ, ਤਾਂ ਕਿ ਪੰਜਾਬ ਦੇ ਵਿੱਚ ਅਮਨ ਬਹਾਲੀ ਵੱਲ ਤੇ ਪੰਜਾਬ ਦੇ ਵਿੱਚ ਸ਼ਾਂਤੀ ਵੱਲ ਇੱਕ ਹੋਰ ਕਦਮ ਜਿਹੜਾ ਵੱਧ ਸਕੇ ਜੀ। ਸੋਈ ਸਾਹਿਬ, ਹਰਜੀਤ ਗਰੇਵਾਲ ਨੇ ਤੇ ਸੁਰਜੀਤ ਜਾਨੀ ਨੇ ਉਹਨਾਂ ਦਾ ਬਾਈਕਾਟ ਕੀਤਾ ਵਾ, ਪੰਜਾਬ ਆਉਣ ਤੇ ਵਿਰੋਧ ਦਾ ਸੱਦਾ ਦਿੱਤਾ ਵਾ, ਜਿਹੜਾ ਇਹ ਸਾਡੇ ਕਿਸਾਨ ਜਥੇਬੰਦੀ, ਉਹਨੂੰ ਤੁਸੀਂ ਕਿਵੇਂ ਦੇਖਦੇ ਹੋ ਜੀ? ਮੈਂ ਉਹਨਾਂ ਬਾਰੇ, ਦੇਖੋ ਹਰ ਬੰਦੇ ਦਾ ਇੱਕ ਪਰਸਨਲ ਰੁਤਬਾ ਹੈਗਾ, ਮੈਂ ਉਹਨਾਂ ਬਾਰੇ ਕੋਈ ਇਸ ਟੌਪਿਕ ਤੇ ਕਮੈਂਟ ਨਹੀਂ ਕਰਨਾ ਚਾਹੀਦਾ, ਲੇਕਿਨ ਮੈਂ ਆ ਜ਼ਰੂਰ ਕਹਿਣਾ ਚਾਹੁੰਦਾ ਸਾਰੇ ਬੀਜੇਪੀ ਦੇ ਆਗੂਆਂ ਨੂੰ, ਲੀਡਰਾਂ ਨੂੰ, ਕਿ ਕਿਸਾਨ ਜਿਹੜਾ ਹੈ ਅੰਨਦਾਤਾ ਹੈ। ਸਵੇਰੇ ਦੁਪਹਿਰੇ ਸ਼ਾਮੀ ਉਹਨੇ ਦੀ ਮਿਹਨਤ ਦਾ ਸਦਕਾ ਰੋਟੀ ਮੂੰਹ ਚ ਪਾਉਂਦੇ ਆ, ਬੁਰਕੀ ਮੂੰਹ ਚ ਪਾਉਂਦੇ ਆ। ਉਹਨਾਂ ਦੀ ਇੱਜ਼ਤ ਕਰੋ, ਉਹਨਾਂ ਨੂੰ ਉਸੇ ਨਿਗਾਹ ਨਾਲ ਵੇਖੋ ਜਿਵੇਂ ਅਸੀਂ ਰੱਬ ਨੂੰ ਵੇਖਦੇ ਆ, ਤੇ ਸਾਡੇ ਰੱਬ ਤੋਂ ਬਾਅਦ ਦਰਜਾ ਕਿਸਾਨ ਦਾ ਹੀ ਹੈ, ਤੇ ਮੈਂ ਤੇ ਉਹਨਾਂ ਨੂੰ ਕਿਸਾਨ ਵੀਰਾਂ ਨੂੰ ਰੱਬ ਦੇ ਵਾਂਗੂ ਹੀ ਪੂਜਦਾ ਤੇ ਰੱਬ ਦੇ ਵਾਂਗੂ ਹੀ ਪੂਜਦਾ ਰਹਾਂਗਾ। ਸੋਈ ਸਾਹਿਬ, ਪੰਜਾਬ ਦੇ ਵਿੱਚ ਪੰਜਾਬ ਬੀਜੇਪੀ ਦੇ ਲੀਡਰਾਂ ਦਾ ਵਿਰੋਧ ਕਰਦੇ ਆ ਕਿਸਾਨ, ਤਾਂ ਉਹਨਾਂ ਨੇ ਟੈਗ ਲਾ ਦਿੱਤਾ ਹੁੰਦਾ ਵੀ ਇਹ ਕਿਸਾਨ ਨਹੀਂ ਹੈਗੇ, ਇਹ ਕਾਂਗਰਸੀ ਨੇ। ਸੋ ਤੁਹਾਡੇ ਪੰਜਾਬ ਦਾ ਇੱਕ ਵਫਦ ਜਾ ਕੇ ਪੰਜਾਬ ਦੇ ਡੀਜੀਪੀ ਨੂੰ ਮੁਲਾਕਾਤ ਕਰਕੇ ਆਉਂਦਾ ਵੀ ਜਿਹੜੀ ਕਾਨੂੰਨੀ ਵਿਵਸਥਾ ਉਹ ਵਿਗੜਦੀ ਪਈ ਆ। ਸੋ ਜਿਸ ਤਰ੍ਹਾਂ ਦਾ ਪ੍ਰੋਟੈਸਟ ਕੱਲ ਹਰਿਆਣੇ ਵਿੱਚ ਹੋਇਆ, ਤੰਬੂ ਤੱਕ ਖਾੜ ਦਿੱਤੇ ਹਰਿਆਣਾ ਦੀ ਖੱਟਰ ਸਰਕਾਰ ਦੇ, ਉਹਨੂੰ ਤੁਸੀਂ ਕਿਵੇਂ ਕਿ ਉਹ ਵੀ ਕੈਪਟਨ ਅਮਰਿੰਦਰ ਸਿੰਘ ਦੇ ਬੰਦੇ ਸੀ ਜਾਂ ਹੁੱਡਾ ਦੇ ਬੰਦੇ ਸੀ, ਉੱਥੇ ਦਾ ਸਰਕਾਰ ਹਰਿਆਣੇ ਦੀ ਹੈਗੀ ਆ। ਸੋ ਤੁਹਾਨੂੰ ਸਮਝ ਲੈਣਾ ਚਾਹੀਦਾ ਵੀ ਹੁਣ ਕਿਸਾਨ ਜਿਹੜਾ ਰੋਹ ਦੇ ਵਿੱਚ ਆ ਚੁੱਕਿਆ ਹੈ, ਕਿ ਉਹਨੂੰ ਤੁਸੀਂ ਹੁਣ ਕਾਂਗਰਸੀ ਜਾਂ ਅਕਾਲੀ ਕਹਿ ਕੇ ਨਹੀਂ ਭੰਡ ਸਕਦੇ। ਦੇਖੋ ਇੱਦਾਂ ਹੈ, ਪੰਜਾਬ 'ਚ ਤੇ ਅਪਰੂਵ ਹੋਇਆ ਨਾ, ਪੰਜਾਬ 'ਚ ਤੇ ਜਦੋਂ ਰਵਨੀਤ ਬਿੱਟੂ ਉਹਨਾਂ ਨੇ ਖੁਦ ਕਿਹਾ ਸੀਗਾ, ਬੜੇ ਸਤਿਕਾਰਿਤ ਐਮਪੀ ਨੇ ਸਾਡੇ ਲੁਧਿਆਣੇ ਦੇ, ਕਿ ਮੈਂ ਅਸ਼ਵਨੀ ਸ਼ਰਮੇ ਤੇ ਹਮਲਾ ਕਰਾਇਆ ਇੱਥੇ। ਉਹਨਾਂ ਦੇ ਜਿਹੜਾ ਬਰਿੰਦਰ ਸਿੰਘ, ਉਹਨਾਂ ਦਾ ਢਿੱਲੋਂ ਪ੍ਰਧਾਨ ਹੈਗਾ ਕਾਂਗਰਸ ਦਾ ਯੂਥ ਦਾ, ਉਹਨੇ ਖੁਦ ਜਾ ਕੇ ਟਰੈਕਟਰ ਪਹਿਲਾਂ ਸਾੜਿਆ ਅੰਬਾਲੇ, ਫਿਰ ਜਾ ਕੇ ਟਰੈਕਟਰ ਉੱਥੇ ਸਾੜਿਆ ਦਿੱਲੀ ਦੇ ਵਿੱਚ। ਤੇ ਜਦੋਂ ਖੁਦ ਸਾਨੂੰ ਅਪਰੂਵ ਹੋ ਰਹੇ ਨੇ, ਦੇਖੋ ਨਾ, ਕਹਿੰਦੇ ਪ੍ਰਤੱਖ ਕੋ ਪ੍ਰਮਾਣ ਕੀ ਅਵਸ਼ਕਤਾ ਨਹੀਂ ਹੁੰਦੀ। ਜਦੋਂ ਸਾਹਮਣੇ ਬੰਦਾ ਅਪਰੂਵ ਹੋ ਰਿਹਾ ਤਾਂ ਉੱਥੇ ਤੇ ਕਵਾਂਗੇ ਹੀ ਨਾ। ਪੰਜਾਬ 'ਚ ਮੰਨ ਲਾ ਤੁਹਾਡੇ ਕਹਿੰਦੇ ਵੀ ਉਹਨਾਂ ਕਾਂਗਰਸ ਦਾ ਮੈਨੂੰ ਹੋ ਸਕਦਾ, ਬੀਜੇਪੀ ਦੇ ਕਹਿੰਦੇ ਹਰਿਆਣੇ ਵਿੱਚ ਕਿਉਂ ਹੋ ਰਿਹਾ? ਹਰਿਆਣੇ 'ਚ ਹੁਣ ਦੇਖੋ, ਮੈਨੂੰ ਪਤਾ ਨਹੀਂ ਉੱਥੇ ਕੀ ਹੋਇਆ, ਕਿੰਨਾ ਨੇ ਕੀਤਾ, ਜਿੰਨਾ ਤੱਕ ਕੋਈ ਉਹਦੀ ਪਤਾ ਨਹੀਂ ਲੱਗ ਜਾਂਦਾ। ਪੰਜਾਬ ਦੇ ਸਾਨੂੰ ਪਤਾ ਲੱਗ ਜਾਂਦਾ ਨਾ ਕਿ ਸਾਡਾ ਵਿਰੋਧ ਕੌਣ ਕਰ ਰਿਹਾ। ਤੇ ਮੇਰਾ ਤੇ ਕਿਸਾਨ ਵੀਰਾਂ ਅੱਗੇ ਆਹੋ ਹੀ ਬੇਨਤੀ ਹੈ, ਸਰਕਾਰ ਅੱਗੇ ਵੀ ਆਹੋ ਬੇਨਤੀ ਹੈ ਕਿ ਫਟਾਫਟ ਜਲਦੀ ਤੋਂ ਜਲਦੀ ਇਹਦਾ ਹੱਲ ਕੱਢੋ, ਤੇ ਜੇ ਮਾਨਯੋਗ ਸੁਪਰੀਮ ਕੋਰਟ ਇਹਦਾ ਹੱਲ ਕਰ ਸਕਦੀ ਹੈ, ਸੁਪਰੀਮ ਕੋਰਟ ਕੱਢੇ। ਜੇ 15 ਤਰੀਕ ਨੂੰ ਮੀਟਿੰਗ ਹੁੰਦੀ ਹੈ, ਮੀਟਿੰਗ ਕੱਢੇ। ਜੇ ਕੋਈ ਹੋਰ ਵੀ ਦੇਵੀ ਸ਼ਕਤੀ ਸਾਡੇ ਵਾਹਿਗੁਰੂ ਸੱਚੇ ਪਾਤਸ਼ਾਹ ਬਾਬਾ ਨਾਨਕ ਕਰ ਸਕਦਾ, ਤੇ ਉਹ ਵੀ ਆਪਣੇ ਸਾਨੂੰ ਰਸਤਾ ਦਿਖਾਵੇ, ਤੇ ਇਹਦਾ ਹੱਲ ਜਲਦੀ ਤੋਂ ਜਲਦੀ ਨਿਕਲੇ, ਤੇ ਸਾਡੇ ਕਿਸਾਨ ਵੀਰ ਜਿਹੜੇ ਉੱਥੇ ਬੈਠੇ ਨੇ ਉਹ ਵਾਪਸ ਆਪਣੇ ਘਰਾਂ ਨੂੰ ਪਰਤਣ। ਸੋਈ ਸਾਹਿਬ, ਕਿਤੇ ਨਾ ਕਿਤੇ ਚਰਚਾ ਇਹ ਵੀ ਹੁੰਦੀ ਆ, ਕਿਉਂਕਿ ਇੰਦਰਾ ਗਾਂਧੀ ਦਾ ਅਸੀਂ ਦੌਰ ਵੀ ਦੇਖਿਆ, ਉਹਨਾਂ ਵੇਲੇ ਵੀ ਅਜਿਹੇ ਐਜੀਟੇਸ਼ਨ ਚੱਲੇ ਨੇ। ਸੋ ਉਹਦਾ ਸਾਨੂੰ ਪੰਜਾਬ ਨੇ ਬੜਾ ਵੱਡਾ ਇੱਕ ਸੰਤਾਪ ਹੋ ਗਿਆ, ਬੜਾ ਵੱਡਾ ਨੁਕਸਾਨ ਹੋਇਆ। ਸੋ ਚਰਚਾ ਹੁੰਦੀ ਹੈ ਵੀ ਇਤਿਹਾਸ ਭਾਵੇਂ ਮਾੜਾ ਹੋਵੇ ਚੰਗਾ ਹੋਵੇ, ਇਤਿਹਾਸ ਤਾਂ ਇਤਿਹਾਸ ਹੀ ਹੁੰਦਾ ਵਾ। ਮਾੜੇ ਪੱਖ ਤੋਂ ਕੋਈ ਉਹਨੂੰ ਮਾੜਾ ਕਹਿੰਦਾ, ਕੋਈ ਚੰਗਾ ਕਹਿੰਦਾ। ਇੱਕ ਇਤਿਹਾਸ ਦੇ ਵਿੱਚ ਇੰਦਰਾ ਗਾਂਧੀ ਦਾ ਨਾਮ ਚੰਗੇ ਮਾੜੇ ਪਾਸੇ ਆ ਗਿਆ। ਸੋ ਲੋਕ ਇਹ ਚਰਚਾ ਆਉਂਦੇ ਵੀ ਨਰਿੰਦਰ ਮੋਦੀ ਵੀ ਇਤਿਹਾਸ ਵਿੱਚ ਆਪਣਾ ਨਾਮ ਬਣਾਉਣ ਵਾਸਤੇ ਇੱਕ ਅੜੀ ਤੇ ਬੈਠੇ ਨੇ, ਜਦੋਂ ਕਿ 70 ਤੋਂ ਵੱਧ ਸਾਡੇ ਉੱਥੇ ਜਿਹੜੇ ਕਿਸਾਨ ਸ਼ਹੀਦ ਹੋ ਚੁੱਕੇ ਨੇ। ਨਰਿੰਦਰ ਮੋਦੀ ਬੀਜੇਪੀ ਦੇ ਪੰਜਾਬ ਦੇ ਬੀਜੇਪੀ ਲੀਡਰਾਂ ਨਾਲ ਤਾਂ ਗੱਲਬਾਤ ਕਰਦੇ ਨੇ, ਮੱਧ ਪ੍ਰਦੇਸ਼ ਦੇ ਕਿਸਾਨਾਂ ਨਾਲ ਤਾਂ ਗੱਲਬਾਤ ਕਰਦੇ ਨੇ, ਪਰ ਜਿਹੜੇ ਕਿਸਾਨ ਉੱਥੇ ਬੈਠੇ ਨੇ ਉਹਨਾਂ ਨਾਲ ਗੱਲਬਾਤ ਕਰਨ ਲਈ ਤਿਆਰ ਨਹੀਂ ਹੈਗੇ। ਦੇਖੋ, ਜਦੋਂ 4-4 5-5 ਮੰਤਰੀ ਲੱਗੇ ਹੋਏ ਨੇ, ਤੇ ਉਹ ਪ੍ਰਧਾਨ ਮੰਤਰੀ ਦੀ ਪ੍ਰੋਟੋਕੋਲ ਹੁੰਦੀ ਹੈ, ਪ੍ਰਧਾਨ ਮੰਤਰੀ ਦੇ ਕਹਿਣ ਤੇ ਨਾਲ ਹੀ ਲੱਗੇ ਹੋਏ ਨੇ ਨਾ। ਹੁਣ ਅੱਜ ਪ੍ਰਧਾਨ ਮੰਤਰੀ ਖੁਦ ਹਰ ਚੀਜ਼ ਦੀ ਫੀਡਬੈਕ ਲੈ ਰਹੇ ਨੇ, ਚਾਹੇ ਹੋਮ ਮਿਨਿਸਟਰ ਅਮਿਤ ਸ਼ਾਹ ਜੀ ਹੋਣ,
ਚਾਹੇ ਨਰਿੰਦਰ ਤੋਮਰ ਜੀ ਹੋਣ, ਪਿਊਸ਼ ਗੋਇਲ ਜੀ ਉਦੋਂ ਹੋਣ। ਕਿੱਥੇ ਜਾਂਦਾ ਵਾ ਨਹੀਂ ਦੇਖੋ ਮੇਰੀ ਗੱਲ ਸੁਣ ਲਓ, ਪ੍ਰਧਾਨ ਮੰਤਰੀ ਜਾਂਦੇ ਕਿਤੇ ਹੋਰ ਆ ਤੇ ਉੱਤਰ ਕੇ ਪਾਕਿਸਤਾਨ ਉੱਥੇ ਨਵਾਜ਼ ਸ਼ਰੀਫ ਦੇ ਉੱਥੇ ਸਮਾਗਮ ਵਿੱਚ ਤਸ਼ਰੀਫ ਫਰਮਾਉਂਦੇ ਨੇ, ਉਹਦਾ ਵੀ ਤਾਂ ਪ੍ਰੋਟੋਕਾਲ ਹੁੰਦਾ ਨਾ। ਦੇਖੋ ਕੀ ਹੁੰਦਾ ਹੈ ਜਦੋਂ ਹੁਣ ਅੱਜ ਕੋਈ ਡਾਊਟ ਹੈਗੇ ਨੇ ਮਨ 'ਚ, ਅਸੀਂ ਦੇਖੋ ਤੁਸੀਂ ਤੁਸੀਂ ਕਹਿੰਦੇ ਕਿ ਤੁਸੀਂ ਦਾਲ ਖਾਣਾ ਚਾਹੁੰਦੇ ਸੀਗੇ ਤੇ ਮੈਂ ਤੁਹਾਨੂੰ ਕੋਈ ਹੋਰ ਚੀਜ਼ ਦੇ ਰਿਹਾ, ਅੱਜ ਅਸੀਂ ਉਹਨਾਂ ਨੂੰ ਸਭ ਤੋਂ ਵਧੀਆ ਪਕਵਾਨ ਬਣਾ ਕੇ ਦਿੱਤਾ ਕਾਨੂੰਨਾਂ ਦੀ ਫਾਰਮ 'ਚ, ਉਹਨਾਂ ਨੂੰ ਪਸੰਦ ਨਹੀਂ ਆਇਆ। ਹੁਣ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹਨਾਂ ਨੂੰ ਸਮਝ ਲੱਗ ਜਾਵੇ ਕਿ ਇਹ ਪਕਵਾਨ ਉਹਨਾਂ ਵਾਸਤੇ ਹੈ, ਉਹ ਨਹੀਂ ਸਮਝ ਪਾ ਰਹੇ। ਤੇ ਜਦੋਂ ਇੱਕ ਆਪਸ 'ਚ ਹੁਣ ਜਿਹਨੇ ਪਕਵਾਨ ਬਣਾਇਆ ਹੈ, ਜਿੰਨੇ ਪਕਵਾਨ ਬਣਾਉਣ ਦੀ ਟੀਮ ਲੀਡ ਕੀਤੀ ਹੈ, ਉਹਨੇ ਆਪਣੀ ਟੀਮ ਲਗਾਤੀ ਕਿ ਭਾਈ ਇਹਨਾਂ ਨੂੰ ਸਮਝਾਓ ਵੀ ਇਹ ਪਕਵਾਨ ਠੀਕ ਹੈਗਾ। ਜੇ ਫਿਰ ਵੀ ਨਹੀਂ ਸਮਝ ਆ ਰਿਹਾ ਤੇ ਫਿਰ ਉਹ ਜਿਹੜਾ ਐਕਚੁਅਲੀ ਤੇ ਜੋ ਵੀ ਡਿਸੀਜਨ ਹੁੰਦਾ, ਪ੍ਰਾਈਮ ਮਿਨਿਸਟਰ ਇਜ਼ ਹੈਡ ਆਫ ਦੀ ਕੈਬਨਿਟ, ਤੇ ਕੋਈ ਨਾ ਕੋਈ ਡਿਸੀਜਨ ਤੇ ਸਾਰਾ ਕੈਬਨਿਟ ਹੀ ਹੋਣਾ। ਤੁਸੀਂ ਪਰਸਨਲੀ ਤੌਰ ਤੇ ਇਨਸਾਨੀ ਤੌਰ ਤੇ ਦੱਸੋ ਵੀ 70 ਬੰਦੇ ਡੈਥ ਤੋਂ ਵੱਧ ਵੱਡਾ ਪ੍ਰੋਟੋਕਾਲ ਹੁੰਦਾ ਆਪਣੇ ਦੇਸ਼ ਦੇ ਲੋਕਾਂ ਵਾਸਤੇ? ਨਹੀਂ ਮੈਂ ਨਹੀਂ ਕਹਿ ਰਿਹਾ, ਜਿੱਕੋ ਪ੍ਰਧਾਨ ਮੰਤਰੀ ਸਾਹਿਬ ਹਮੇਸ਼ਾ ਹੀ ਟੁੱਟਣਾ ਚਾਹੀਦਾ ਸੀ ਹੁਣ ਤੱਕ। ਨਹੀਂ ਦੇਖੋ, ਪ੍ਰਧਾਨ ਮੰਤਰੀ ਸਾਹਿਬ ਹਮੇਸ਼ਾ ਹੀ ਦੇਸ਼ ਦੇ ਲੋਕਾਂ ਦੇ ਨਾਲ ਸੀ, ਦੇਸ਼ ਦੇ ਲੋਕਾਂ ਦੇ ਨਾਲ ਹੈ, ਦੇਸ਼ ਦੇ ਲੋਕਾਂ ਦੇ ਨਾਲ ਰਹਿਣਗੇ। ਦੇਸ਼ ਦੇ ਜਿਹੜੇ ਕਾਨੂੰਨ ਬਣਾਏ ਗਏ ਨੇ ਚੰਗੀ ਨੀਅਤ ਨਾਲ ਬਣਾਏ ਗਏ ਸੀਗੇ, ਤੇ ਜਿਹੜਾ ਨੀਅਤ ਚੰਗੀ ਹੁੰਦੀ ਹੈ ਤੇ ਨੀਤੀ ਵੀ ਚੰਗੀ ਹੁੰਦੀ ਹੈ। ਲੇਕਿਨ ਜੇ ਸਾਡੇ ਕਿਸਾਨ ਵੀਰਾਂ ਨੂੰ ਉਹ ਕਾਨੂੰਨ ਪਸੰਦ ਨਹੀਂ ਹੈ, ਉਹਦਾ ਕੋਈ ਨਾ ਕੋਈ ਹੱਲ ਜਿਹੜਾ ਹੈਗਾ ਉਹ ਜ਼ਰੂਰ ਨਿਕਲਣਾ ਚਾਹੀਦਾ ਹੈ, ਚਾਹੇ ਉਹ ਸਾਡੇ ਸਰਕਾਰ ਦੇ ਨਾਲ ਗੱਲਬਾਤ ਰਾਹੀਂ ਨਿਕਲੇ, ਚਾਹੇ ਉਹ ਸੁਪਰੀਮ ਕੋਰਟ ਕਰੇ, ਚਾਹੇ ਬਾਬਾ ਨਾਨਕ ਸਾਰਿਆਂ ਨੂੰ ਸਦਬੁੱਧੀ ਦੇ ਕੇ ਉਧਰੋਂ ਕੋਈ ਹੱਲ ਕਰਾਵੇ। ਹੱਲ ਨਿਕਲੇਗਾ ਜ਼ਰੂਰ ਧੁੰਨਾ ਜੀ, ਯਕੀਨ ਰੱਖੋ। ਹਿੰਦੁਸਤਾਨ 'ਚ ਜਿਹੜੀ ਡੈਮੋਕ੍ਰੇਸੀ ਹੈ ਨਾ, ਡੈਮੋਕ੍ਰੇਸੀ ਨਾਲ ਹੀ ਚੱਲਿਆ। ਇੰਦਰਾ ਗਾਂਧੀ ਜੀ ਬਾਰੇ ਮੈਂ ਕੋਈ ਗੱਲ ਨਹੀਂ ਕਹਿਣਾ ਚਾਹੁੰਦਾ, ਉਹਨਾਂ ਦੇ ਬਾਰੇ ਬੜਾ ਕੁਝ ਲਿਖਿਆ ਗਿਆ, ਬੜਾ ਕੁਝ ਕੀਤਾ ਜੋ ਪੰਜਾਬ ਨਾਲ ਉਹਨਾਂ ਨੇ ਕੀਤਾ, ਕੋਈ ਗੱਲ ਨਹੀਂ ਕਹਿਣਾ ਚਾਹੁੰਦਾ। ਸਾਡੇ ਪ੍ਰਧਾਨ ਮੰਤਰੀ ਹਿੰਦੁਸਤਾਨ ਦੇ ਪ੍ਰੋਗਰੈਸਿਵ ਪ੍ਰਾਈਮ ਮਿਨਿਸਟਰ ਹੈਗੇ ਆ। ਸਾਡੇ ਦੇਸ਼ ਦਾ ਅੱਜ ਹੀ ਮੈਂ ਪੜ੍ਹ ਰਿਹਾ ਸੀਗਾ ਕਿ ਜਿਹੜਾ 134 ਨੰਬਰ ਦਾ ਪਾਸਪੋਰਟ ਸੀਗਾ ਉਹ 85 ਨੰਬਰ ਦਾ ਪਾਸਪੋਰਟ ਆ ਗਿਆ। ਸਾਡੇ ਦੇਸ਼ ਦੀ ਇੱਜ਼ਤ ਜਿਹੜੀ ਹੈ ਸਾਰੇ ਵਰਲਡ 'ਚ ਵੱਧ ਰਹੀ ਹੈ, ਚਾਹੇ ਉਹ ਅੰਤਰਿਕਸ਼ ਜਾਣਾ ਹੋਵੇ। ਪੈਟਰੋਲ ਦੇ ਰੇਟ ਵੀ ਤਾਂ ਜਾ ਰਹੇ ਆ ਸੋਈ ਸਾਹਿਬ, ਜਦੋਂ ਮਨਮੋਹਨ ਸਿੰਘ ਦੀ ਸਰਕਾਰ ਸੀਗੀ ਉਹ ਬੈਰਲ ਦੇ ਰੇਟ ਕਿੱਥੇ ਸੀ? ਕੰਪੇਅਰ ਕਰ ਲਓ ਅੱਜ ਤੁਸੀਂ 7 ਸਾਲ ਪਹਿਲਾਂ ਦੇ 2014 ਦੇ ਕੰਪੇਅਰ ਕਰ ਲਓ, 2013 ਦੇ ਕੰਪੇਅਰ ਕਰ ਲਓ, ਬਰਾਬਰ ਹੀ ਹੈ। ਇੰਟਰਨੈਸ਼ਨਲ ਮਾਰਕੀਟ ਇਹਨਾਂ ਨੂੰ ਕੰਟਰੋਲ ਕਰਦੀਆਂ ਨੇ ਜੀ, ਆਪਾਂ ਉਹਨਾਂ ਨੂੰ ਰੈਗੂਲੇਟ ਕਰਦੀਆਂ ਨੇ। ਇਸ ਕਰਕੇ ਆਪਾਂ ਉਸ ਮੁੱਦੇ 'ਤੇ ਜਾਵਾਂਗੇ, ਗੱਲ ਕਰਾਂਗੇ। ਬਾਬਾ ਲੱਖਾ ਉਹਨਾਂ ਦੀ ਮੀਟਿੰਗ ਹੁੰਦੀ ਹੈ, ਚਰਚਾ ਹੁੰਦੀ ਹੈ ਵੀ ਤੁਹਾਡੇ ਥਰੂ ਮੀਟਿੰਗ ਹੋਈ ਸੀਗੀ। ਸੋ ਮੀਟਿੰਗ ਤੋਂ ਬਾਅਦ ਕਈ ਤਰ੍ਹਾਂ ਦੀ ਚਰਚਾ ਛਿੜ ਜਾਂਦੀਆਂ ਨੇ, ਇੱਕ ਨਿਕਲ ਕੇ ਬਿਆਨ ਇੱਕ ਨਵਾਂ ਇਹ ਚਰਚਾ ਛਿੜਦੀ ਆ ਵੀ ਸਟੇਟਾਂ ਨੂੰ ਅਧਿਕਾਰ ਦੇ ਦਿੱਤੇ ਜਾਣ, ਰਾਜਾਂ ਨੂੰ ਅਧਿਕਾਰ ਦੇ ਦਿੱਤੇ ਜਾਣ। ਬਾਬਾ ਲੱਖਾ ਉਹਨਾਂ ਦੀ ਮੀਟਿੰਗ ਉਹਨਾਂ ਦੀ ਮੀਟਿੰਗ ਕਿਸ ਸੰਦਰਭ ਵਿੱਚ ਹੋਈ, ਕਿਵੇਂ ਹੋਈ ਮੀਟਿੰਗ? ਕਿਉਂਕਿ ਇੱਕ ਪੋਲੀਟੀਕਲ ਜਿਹੜਾ ਸਿਸਟਮ ਆ ਸਾਰਾ ਸਾਈਡ ਤੇ ਆ, ਕਿਸਾਨ ਜਥੇਬੰਦੀਆਂ ਸਰਕਾਰ ਗੱਲ ਕਰ ਰਹੀਆਂ ਨੇ, ਵਿੱਚ ਇੱਕ ਸੰਪਰਦਾਇ ਵੱਲੋਂ ਆਉਣਾ, ਕਿਸੇ ਸੰਪਰਦਾਇ ਗੁਰੂ ਮਹਾਰਾਜ ਵੱਲੋਂ ਕਹਿ ਸਕਦਾ ਉਹਨਾਂ ਨੇ ਆਉਣਾ, ਉਹ ਕੀ ਸੀਗਾ ਸਾਰਾ ਸਮਝ ਤੋਂ ਬਾਹਰ ਜੀ? ਦੇਖੋ, ਉੱਦਾਂ ਮੈਂ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਤੇ ਨਾਨਕਸਰ ਸੰਪਦਾ ਦਾ ਵੀ ਸਤਿਕਾਰ ਕਰਦਾ, ਮੱਥਾ ਟੇਕਦਾ। ਲੇਕਿਨ ਜੇ ਮੈਂ ਉਹਨਾਂ ਬਾਰੇ, ਕਿਉਂਕਿ ਕਾਫੀ ਮੈਨੂੰ ਇਨਫੋਰਮੇਸ਼ਨ ਹੈਗੀ ਹੈ, 25 ਨਵੰਬਰ ਤੋਂ ਹੀ ਉਹਨਾਂ ਦੇ ਬਾਬਾ ਜੀ ਨੇ ਉੱਥੇ ਲੰਗਰ ਲਾਇਆ ਹੋਇਆ ਹੈ ਸਿੰਘੂ ਬਾਰਡਰ ਦੇ ਉੱਪਰ। ਉਹਨਾਂ ਦਾ ਇੱਕ ਗੁਰੂ ਭਾਈ ਬਾਬਾ ਰਾਮ ਸਿੰਘ ਜੀ ਦਾ ਉੱਥੇ ਸੁਸਾਈਡ ਵੀ ਹੋਇਆ, ਦੇਹਾਂਤ ਵੀ ਹੋਇਆ। ਤੇ ਦੇਖੋ, ਉਹਨਾਂ ਨੂੰ ਖੁਦ ਪੀੜਾ ਸੀਗੀ, ਇਮੋਸ਼ਨਲੀ, ਸਪਿਰਿਚੁਅਲੀ, ਮੈਂਟਲੀ। ਉਹਨਾਂ ਨੇ ਖੁਦ ਮੁਹਾਰੇ ਹੋ ਕੇ ਮੀਟਿੰਗ ਕੀਤੀ ਹੈ। ਤੁਸੀਂ ਦੇਖਿਆ ਨਾ, ਉਹਨਾਂ ਨੇ ਆਪ ਖੁਦ ਕਿਹਾ ਕਿ ਜੀ ਮੈਂ ਆਪ ਟਾਈਮ ਲਿਆ, ਮੈਂ ਆਪ ਅਪਾਇੰਟਮੈਂਟ ਲਈ ਹੈ। ਹੁਣ ਕਿਉਂਕਿ ਮੈਂ ਪਾਰਟੀ ਦਾ ਨੈਸ਼ਨਲ ਸਪੋਕਸਪਰਸਨ ਆ, ਉਸੇ ਵਿੰਗ, ਕਿਸਾਨ ਵਿੰਗ ਦਾ, ਤੇ ਮੈਂ ਪੰਜਾਬ ਨਾਲ ਬਿਲੋਂਗ ਕਰਦਾ, ਤੇ ਮੈਨੂੰ ਵੀ ਉਸ ਮੀਟਿੰਗ 'ਚ ਜਾਣ ਦਾ ਮੌਕਾ ਮਿਲਿਆ। ਮੈਂ ਵੀ ਮੀਟਿੰਗ 'ਚ ਜਿਹੜੀਆਂ ਗੱਲਾਂ ਬਾਤਾਂ ਹੋਈਆਂ ਮੈਨੂੰ ਵੀ ਪਤਾ ਲੱਗਿਆ। ਦੇਖੋ, ਮੈਂ ਤੁਹਾਨੂੰ ਫਿਰ ਕਹਿ ਰਿਹਾ ਹੈਗਾ, ਜੇ ਦੋ ਬੰਦਿਆਂ 'ਚ ਕੋਈ ਗੱਲਬਾਤ ਹੋ ਰਹੀ ਹੈ ਤੇ ਕੋਈ ਸਿੱਟਾ ਨਹੀਂ ਨਿਕਲ ਰਿਹਾ, ਕੋਈ ਤੀਜਾ ਬੰਦਾ ਆ ਕੇ ਕਹਿੰਦਾ ਜੀ ਮੈਂ ਸਿੱਟਾ ਕੱਢ ਸਕਦਾ, ਕਿਉਂਕਿ ਉਹ ਫਿਰ ਉਹਨਾਂ ਦੀ ਸ਼ਹਾਦਤ ਵੀ ਹੋਈ ਹੈ ਉਹਨਾਂ ਦੇ ਬੰਦੇ ਦੀ, ਤੇ ਸਰਕਾਰ ਉਹਨੂੰ ਹਰ ਚੀਜ਼ ਨੂੰ ਪੋਜ਼ਿਟਿਵ ਲੈਂਦੀ ਹੈ। ਮੈਂ ਤਾਂ ਤੁਹਾਨੂੰ ਹੁਣ ਵੀ ਕਹਿ ਰਿਹਾ ਕਿ ਕੋਈ ਦੇਵਨੀ ਸ਼ਕਤੀ, ਕੋਈ ਜਿੱਦਾਂ ਤੀਜੀ ਧਿਰ, ਜਿੱਦਾਂ ਸੁਪਰੀਮ ਕੋਰਟ ਇਸ ਵਕਤ ਫੈਸਲਾ ਕਰਵਾ ਰਹੀ ਹੈ, ਤੇ ਕੋਈ ਹੋ ਜੇ ਉਹਦੇ ਨਾਲ ਸਾਡਾ ਤਾਂ ਮਤਲਬ ਹੈ ਕਿ ਸਾਡਾ ਫੈਸਲਾ ਹੋਣਾ ਚਾਹੀਦਾ, ਉਹ ਰੁਕਣਾ ਨਹੀਂ ਚਾਹੀਦਾ, ਭਾਵੇਂ ਕੋਈ ਵੀ ਕਰਾਵੇ। ਤੇ ਆ ਜਿਹੜੇ ਸੰਤ ਮਹਾਂਪੁਰਸ਼ ਹੁੰਦੇ ਨੇ, ਇਹਨਾਂ ਨੂੰ ਕੋਈ ਲੈ ਕੇ ਨਹੀਂ ਜਾਂਦਾ, ਆਪਣੇ ਆਪ ਹੀ ਲੋਕਾਂ ਨੂੰ ਸੋਧ ਰਸਤਾ ਵਿਖਾਉਂਦੇ ਨੇ, ਸੋਧ ਵਿਖਾਉਂਦੇ ਨੇ। ਤੇ ਬਾਬਾ ਲੱਖਾ ਸਿੰਘ ਜੀ ਨੂੰ ਇਹਨਾਂ ਬਾਰੇ ਕਾਫੀ ਪਤਾ ਹੈ ਕਿ ਇਹਨਾਂ ਨੇ 7-8 ਲੱਖ ਪੌਦਾ ਲਾਇਆ, ਮੋਗੇ ਤੋਂ ਲੈ ਕੇ ਜਲੰਧਰ, ਲੁਧਿਆਣੇ ਤੱਕ ਇਹਨਾਂ ਨੇ ਹਰਿਆਵਲ ਲਹਿਰ ਸ਼ੁਰੂ ਕੀਤੀ। ਹੋਰ ਹੀ ਬੜੇ ਸਮਾਜ ਦੇ ਚੰਗੇ ਕੰਮ ਕਰਦੇ ਨੇ, ਸਾਰੇ ਧਰਮਾਂ ਨੂੰ ਜੋੜਨ ਦਾ ਕੰਮ ਕਰਦੇ ਨੇ। ਜੇ ਉਹ ਅੱਗੇ ਆਏ ਨੇ
ਤੇ ਮੀਡੀਆ ਨੂੰ ਵੀ ਸਾਰਿਆਂ ਨੂੰ ਵੈਲਕਮ ਕਰਨਾ ਚਾਹੀਦਾ। ਮੈਨੂੰ ਪਤਾ ਲੱਗਿਆ ਕਿ ਉਹਨਾਂ ਦੀ ਬੜੀ ਨਿਖੇਧੀ ਹੋ ਰਹੀ। ਕਿਉਂ ਨਿਖੇਧੀ ਕਿਸ ਗੱਲ ਦੀ? ਉਹ ਕਿਸ ਵੱਲ? ਦੇਖੋ ਮੈਂ ਨਹੀਂ ਕਹਿੰਦਾ ਚਰਚਾ ਇਹ ਵੀ ਇੱਕ ਉਸ ਪੋਲੀਟੀਕਲ ਪਾਰਟੀ ਨਾਲ ਉਹਨਾਂ ਦਾ ਤਾਲੁਕਾਤ ਜੋੜਦੇ ਨੇ, ਪੋਲੀਟੀਕਲ ਪਾਰਟੀ ਦੇ ਖਾਸ ਰਹੇ ਨੇ ਜਿਨ੍ਹਾਂ ਨੇ ਪੰਜਾਬ ਦਾ ਬੜਾ ਵੱਡਾ ਨੁਕਸਾਨ ਕੀਤਾ, ਉਸ ਕਰਕੇ ਇਹ ਨਿਖੇਧੀ ਹੋ ਰਹੀ ਹੈ ਜੀ। ਦੇਖੋ ਬਾਬੇ ਕਦੀ ਕਿਸੇ ਇੱਕ ਪਾਰਟੀ ਦੇ ਨਹੀਂ ਹੁੰਦੇ। ਹੁਣ ਤੁਹਾਨੂੰ ਲੱਗਦਾ ਕਿ ਅਸੀਂ ਮੰਦਰ ਗੁਰਦੁਆਰੇ ਚਰਚਾ ਹੋ ਰਹੀ, ਮੈਂ ਨਹੀਂ ਕਹਿ ਰਿਹਾ ਚਰਚਾ। ਜਦੋਂ ਗੁਰੂ ਨਾਨਕ ਸਾਹਿਬ ਹੀ ਸਾਰਿਆਂ ਦੇ ਸਾਡੇ ਸੀਗੇ ਤੇ ਕੋਈ ਬਾਬੇ ਜਿਹੜੇ ਹੁੰਦੇ ਨੇ ਨਾ ਜੀ, ਬਾਬੇ ਨਹੀਂ ਆਪਾਂ ਇਹਨਾਂ ਨੂੰ ਗੁਰੂ ਨਾਨਕ ਸਾਹਿਬ ਨਾਲ ਜੋੜਦੇ ਨਹੀਂ ਉਹ ਨਹੀਂ ਨਾ ਜੀ ਨਾ, ਉਹ ਭਾਜੀ ਏਦਾਂ ਦੀ ਗੱਲ ਤੁਸੀਂ ਕਰੋ ਵੀ ਨਾ ਕਦੀ। ਮੈਂ ਕੀ ਕਹਿੰਦਾ, ਬਾਬਾ ਨਾਨਕ ਨੇ ਸਾਨੂੰ ਇੱਕ ਰਸਤਾ ਵਿਖਾਇਆ ਸੀਗਾ ਕਿ ਮਾਨਸ ਕੀ ਜਾਤ ਸਭੇ ਏਕ ਪਹਿਚਾਨ ਕੋ, ਕਿ ਜਿਹੜੇ ਸੰਤ ਮਹਾਂਪੁਰਸ਼ ਹੁੰਦੇ ਨੇ ਨਾ ਉਹਨਾਂ ਦੀ ਕੋਈ ਪਾਰਟੀ ਨਾਲ ਅਫੀਲੀਏਸ਼ਨ ਨਹੀਂ ਹੁੰਦੀ, ਉਹ ਤੇ ਹਰ ਸਾਰਿਆਂ ਦੇ ਹੁੰਦੇ ਨੇ। ਹੁਣ ਜੇ ਮੈਂ ਸੰਤਾਂ ਮਹਾਂਪੁਰਸ਼ਾਂ ਕੋਲ ਜਾਵਾਂ ਤੇ ਉਹਨਾਂ ਨੇ ਯਾਰ ਮੇਰੀ ਜਾਤ ਥੋੜੀ ਪੁੱਛਣੀ ਹੈ, ਤੇ ਤੁਸੀਂ ਜਾਓ ਤੁਹਾਡੀ ਜਾਤ ਥੋੜੀ ਪੁੱਛਣੀ ਹੈ, ਜਾਂ ਕੋਈ ਹੋਰ ਜਾਵੇ ਕਹੀ ਜਾਤ ਥੋੜੀ ਪੁੱਛਣੀ। ਇਸ ਕਰਕੇ ਮੈਨੂੰ ਲੱਗਦਾ ਕਿ ਸੰਤਾਂ ਮਹਾਂਪੁਰਸ਼ਾਂ ਨੂੰ ਆਪਣੇ ਆਪ ਹੀ ਦੇਖੋ, ਉਹ ਵੀ ਬਾਬਾ ਨਾਨਕ ਨੂੰ ਪੂਜਦੇ ਨੇ। ਬਾਬਾ ਲੱਖਾ ਸਿੰਘ ਹੁਣੀ ਨਾਨਕਸਰ ਦੀ ਹੀ ਉਹ ਗੱਦੀ ਹੈਗੀ ਹੈ, ਤੇ ਮੈਨੂੰ ਲੱਗਦਾ ਕਿ ਉਹ ਸਹੀ ਢੰਗ ਨਾਲ ਗਏ ਹੋਣੇ ਆ। ਕੀ ਚਰਚਾ ਕੀ ਹੋਈ? ਤੁਸੀਂ ਮੀਟਿੰਗ 'ਚ ਹਾਜ਼ਰ ਸੀ, ਕੀ ਚਰਚਾ ਹੋਈ? ਉਹਨਾਂ ਨੇ ਤਾਂ ਆਪਣਾ ਦੁੱਖ ਪ੍ਰਗਟ ਕੀਤਾ। ਬਾਬਾ ਕਿਸਾਨ ਤਾਂ ਇਹ ਕਹਦੇ ਵੀ ਕਾਨੂੰਨ ਰੱਦ ਕੀਤੇ ਜਾਣ, ਤੇ ਬਾਬਾ ਲੱਖਾ ਸਿੰਘ ਜੀ ਕੀ ਕਹਿੰਦੇ ਨੇ ਜੀ? ਨਹੀਂ, ਉਹਨਾਂ ਨੇ ਆਪਣਾ ਦਰਦ ਉਹਨਾਂ ਨੇ ਸ਼ੋਅ ਕੀਤਾ, ਬਾਬਾ ਲੱਖਾ ਸਿੰਘ ਜੀ ਨੇ, ਕਿ ਸਾਡਾ ਗੁਰੂ ਭਾਈ ਜੀ ਗਿਆ ਹੈਗਾ ਤੇ ਤੁਸੀਂ ਹੁਣ ਕਿਸਾਨਾਂ ਦੇ ਪ੍ਰਤੀ ਸੋਚੋ। ਉਹਨਾਂ ਨੇ ਨਹੀਂ ਕੋਈ ਏਦਾਂ ਦੀ ਗੱਲ ਕੀਤੀ ਕਿ ਤੁਸੀਂ ਇਹ ਫੈਸਲਾ ਕਰ ਲਓ। ਫੈਸਲਾ ਤੇ ਜਥੇਬੰਦੀਆਂ ਨੇ ਕਰਨਾ ਤੇ ਸਰਕਾਰ ਨੇ ਕਰਨਾ। ਉਹ ਤੇ ਇੱਕ ਸਰਕਾਰ ਨੇ ਕਿਹਾ ਕਿ ਜੇ ਤੁਸੀਂ ਕਰਵਾ ਸਕਦੇ ਹੋ ਫੈਸਲਾ ਤੇ ਤੁਸੀਂ ਕਰਵਾ ਦਿਓ। ਇਸ ਏਦਾਂ ਥੋੜੀ ਕਿਉਂ ਹੁੰਦਾ ਕਿ ਅੱਜ ਜਥੇਬੰਦੀਆਂ ਮੰਨਣਗੀਆਂ, ਕਿਸਾਨ ਮੰਨਣਗੇ ਤਾਂ ਹੀ ਫੈਸਲਾ ਹੋਏਗਾ। ਸਰਕਾਰ ਦਾ ਤੇ ਇੱਕ ਬ੍ਰਿਜ ਬਣਨ ਦਾ ਕੰਮ ਕਰਦੇ ਨੇ, ਜਿੱਦਾਂ ਸੁਪਰੀਮ ਕੋਰਟ ਬ੍ਰਿਜ ਬਣਨ ਦਾ ਕੰਮ ਕਰਦੀ ਪਈ ਹੈ, ਉੱਦਾਂ ਤੁਸੀਂ ਆਪ ਦੇਖੋ ਆਹ ਚਰਚਾਵਾਂ ਨਿਕਲ ਆਈਆਂ ਕਿ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਅਪਰੋਚ ਕੀਤਾ, ਕਿਸੇ ਨੇ ਉਹਨਾਂ ਨੂੰ ਅਪਰੋਚ ਨਹੀਂ ਕੀਤਾ। ਅਸੀਂ ਅਪਰੋਚ ਕਰਨ ਵਾਲੇ ਕੌਣ ਹੁੰਦੇ ਆ? ਤੇ ਲੋਕੀ ਆਪ ਹੀ ਜਿਹੜੇ ਸਪਿਰਚੁਅਲ ਗੁਰੂ ਨੇ, ਸੰਤ ਮਹਾਤਮਾ ਨੇ, ਆਪਣੇ ਆਪ ਹੀ ਅੱਗੇ ਆਉਂਦੇ ਨੇ। ਅਸੀਂ ਨਹੀਂ। ਸੋਈ ਸਾਹਿਬ, ਤੁਸੀਂ ਪੰਜਾਬ ਦੇ ਵਿੱਚ ਬੈਠੇ ਹੋ, ਤੁਸੀਂ ਗੱਲਾਂ ਕਿਤੇ ਨਾ ਕਿਤੇ ਕਿਸਾਨੀ ਪੱਖ ਦੀਆਂ ਕਰਦੇ ਹੋ, ਪਰ ਆਪਣਾ ਬੀਜੇਪੀ ਦੇ ਨਾਲ ਵੀ ਪੱਖ ਰੱਖ ਰਹੇ ਹੋ। ਸੋ ਜਿਹੜੇ ਲੋਕ ਉੱਥੇ ਹਰਜੀਤ ਗਰੇਵਾਲ ਹੁਣੀ ਬੈਠੇ ਨੇ ਜਾਂ ਉੱਥੇ ਸੁਰਜੀਤ ਜਿਆਣੀ ਵਰਗੇ ਬੈਠੇ ਨੇ, ਉਹ ਅੰਦੋਲਨ ਨੂੰ ਲੈ ਕੇ ਗਲਤ ਗੱਲਾਂ ਕਰਦੇ ਨੇ, ਕਿਸਾਨੀ ਅੰਦੋਲਨ ਨੂੰ ਲੈ ਕੇ। ਉੱਥੇ ਜੀ 50,000 ਬੰਦਾ ਬੈਠੇ, ਉੱਥੇ ਮਾਓਵਾਦੀ ਬੈਠੇ ਨੇ। ਸੋ ਬੀਜੇਪੀ ਨੂੰ ਚਾਹੀਦਾ ਵੀ ਹੁਣ ਅਜਿਹੇ ਚਿਹਰੇ ਜਿਹੜੇ ਇੱਕ ਪਾਸੇ ਅਸੀਂ ਗੱਲਬਾਤ ਸੁਖਾਵੇਂ, ਦੁਬਾਰਾ ਉਹੀ ਸਵਾਲ ਕਰਨਾ, ਇੱਕ ਸੁਖਾਵੇਂ ਢੰਗ ਵੱਲ ਗੱਲਬਾਤ ਕਰਨ ਦੀ ਗੱਲ ਕਰਦੇ ਹਾਂ, ਤਾਂ ਦੂਜੇ ਪਾਸੇ ਅਜਿਹੇ ਜਿਹੜੇ ਲੋਕ ਨੇ ਉਹ ਮਾਓਵਾਦੀ ਨੈਕਸਲਾਈਟ ਕਹਿ ਕੇ ਸਾਨੂੰ ਹੋਰ ਭੜਕਾ ਰਹੇ ਨੇ। ਤੁਹਾਨੂੰ ਲੱਗਦਾ ਵੀ ਬੀਜੇਪੀ ਨੂੰ ਇਹਨਾਂ ਨੂੰ ਸਾਈਡਲਾਈਨ ਕਰ ਦੇਣਾ ਚਾਹੀਦਾ, ਜਿਹਦੇ ਵੀ ਤੁਸੀਂ ਕੋਈ ਬਿਆਨ ਦੇਣਾ ਮੀਡੀਆ ਦੇ ਵਿੱਚ? ਦੇਖੋ ਮੈਂ ਮੇਰੀ ਉਸ ਲੈਵਲ ਤੇ ਨਹੀਂ ਹੈਗਾ, ਲੇਕਿਨ ਤੁਹਾਡੇ ਚੈਨਲ ਰਾਹੀਂ ਮੈਂ ਜ਼ਰੂਰ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਸਾਰੇ ਬੀਜੇਪੀ ਦੇ ਲੀਡਰਾਂ ਨੂੰ, ਜਾਂ ਹੋਰ ਵੀ ਕੋਈ ਆਗੂ ਜਿਹੜਾ ਕਿਸਾਨਾਂ ਦੇ ਪ੍ਰਤੀ ਅਨਾਦਰ ਦੀ ਭਾਵਨਾ ਕਰਦਾ ਜਾਂ ਗਲਤ ਬਿਆਨ ਦਿੰਦਾ, ਕਿ ਨਾ ਕਰੋ। ਸਾਡੇ ਦੇਸ਼ ਦਾ ਅੰਨਦਾਤਾ ਹੈਗਾ, ਉਹਨਾਂ ਦੇ ਬਾਰੇ ਸਾਨੂੰ ਇਦਾਂ ਦੀ ਗੱਲ ਸੋਚਣੀ ਵੀ ਨਹੀਂ ਚਾਹੀਦੀ। ਜੇ ਕੋਈ ਡਾਊਟ ਹੈਗੇ, ਭੁਲੇਖੇ ਹੈਗੇ ਨੇ, ਕੋਈ ਕਿਸੇ ਤਰ੍ਹਾਂ ਦਾ ਵੀ ਕੋਈ ਮਲਾਲ ਹੈਗਾ ਸਰਕਾਰ ਦੇ ਨਾਲ, ਤੇ ਆਪਣੀ ਸਰਕਾਰ ਨਾਲ ਹੈ ਨਾ। ਡੈਮੋਕ੍ਰੇਸੀ 'ਚ ਤੇ ਰਾਈਟ ਟੂ ਪ੍ਰੋਟੈਸਟ, ਤੇ ਸਾਨੂੰ ਰਾਈਟ ਪ੍ਰੋਟੈਸਟ ਮਿਲਿਆ ਹੋਇਆ, ਤੇ ਉਹ ਰਾਈਟ ਟੂ ਪ੍ਰੋਟੈਸਟ ਅਸੀਂ ਕਰਦੇ ਹਾਂ। ਲੇਕਿਨ ਕਿਸਾਨ ਵੀਰਾਂ ਦੇ ਖਿਲਾਫ ਨਾ ਮੈਂ ਸੁਣ ਸਕਦਾ, ਨਾ ਮੈਂ ਕਿਸੇ ਨੂੰ ਸੁਣਨ ਦੇਵਾਂਗਾ। ਮੇਰਾ ਵੀ ਓਨਾ ਹੀ ਖੂਨ ਖੋਲਦਾ ਜੇ ਕੋਈ ਕਿਸਾਨ ਵੀਰਾਂ ਦੇ ਬਾਰੇ ਬੋਲਦਾ, ਜਿੰਨਾ ਕਿ ਇੱਕ ਕਿਸਾਨਾਂ ਦਾ ਉੱਥੇ ਬੈਠਿਆਂ ਦਾ ਖੋਲਦਾ ਪਿਆ। ਮੈਂ ਉੱਥੇ ਆਪ ਜਾ ਕੇ ਆਇਆ, ਮੈਂ ਕਿਸਾਨ ਵੀਰਾਂ ਦੀ ਪੀੜਾ ਦੇਖ ਕੇ ਆਇਆ। ਇਸ ਕਰਕੇ ਪਲੀਜ਼ ਨਾ ਇੱਦਾਂ ਦੀ ਬੋਲੋ, ਕਿਉਂਕਿ ਤੁਹਾਡੀਆਂ ਪੀੜ੍ਹੀਆਂ ਨੂੰ ਇਹਦੇ ਲੇਖੇ ਦੇਣੇ ਪੈਣੇ ਆ ਜੇ ਤੁਸੀਂ ਕਿਸਾਨਾਂ ਦੇ ਖਿਲਾਫ ਬੋਲੋਗੇ। ਤੇ ਬਾਬੇ ਨਾਨਕ ਨੇ ਸਾਨੂੰ ਸਰਬ ਦਾ ਫਲ ਮਿੱਠਾ ਸਿਖਾਇਆ ਹੈਗਾ। ਇਸ ਕਰਕੇ ਸਬਰ ਕਰੋ। ਤੇ ਉਹਨਾਂ ਕਿਸਾਨ ਵੀਰਾਂ ਨੇ, ਦੇਖੋ ਕਿਸਾਨੀ ਤੇ ਸਾਨੂੰ ਸਿਖਾਈ ਬਾਬੇ ਨਾਨਕ ਨੇ, ਉਹਨਾਂ ਨੇ ਆਪ ਜਾ ਕੇ ਕਿਸਾਨੀ ਕੀਤੀ। ਤੇ ਇਸ ਕਰਕੇ ਹੁਣ ਉਹਨਾਂ ਦੇ ਪੂਰਨਿਆਂ ਤੇ ਚੱਲਦੇ ਹੋਏ ਤੇ ਸਾਨੂੰ ਚਾਹੀਦਾ ਹੈਗਾ ਕਿ ਹਰ ਬੰਦੇ ਦੀ ਖਾਸ ਤੌਰ ਤੇ ਕਿਸਾਨ ਵੀਰਾਂ ਦੀ ਇੱਜ਼ਤ ਕਰੀਏ, ਤੇ ਉਹਨਾਂ ਨੂੰ ਬਣਦਾ ਮਾਨ ਸਨਮਾਨ ਦਈਏ। ਉਹਨਾਂ ਨੂੰ ਕਦੀ ਵੀ ਇੱਦਾਂ ਦੇ ਲਫ਼ਜ਼ ਯੂਜ਼ ਕਰਨੇ, ਮੈਂ ਤੇ ਲਫ਼ਜ਼ ਜੋ ਬੋਲ ਵੀ ਨਹੀਂ ਸਕਦਾ ਜਿਹੜੇ ਤੁਸੀਂ ਮੈਨੂੰ ਹੁਣ ਕਹੇ ਨੇ, ਮੈਂ ਤੇ ਹਮੇਸ਼ਾ ਉਹਨਾਂ ਨੂੰ ਅੰਨਦਾਤਾ ਹੀ ਗਿਣਦਾ, ਤੇ ਉਹਨਾਂ ਦੇ ਚਰਨਾਂ ਦੇ ਵਿੱਚ ਹਮੇਸ਼ਾ ਹੀ ਆਪਣਾ ਸੀਸ ਜਿਹੜਾ ਉਹ ਵੀ ਨਿਭਾਉਂਦਾ ਰਵਾਂਗਾ। ਸੋਈ ਸਾਹਿਬ, ਮਾਨਯੋਗ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਚੱਲ ਵੀ ਰਹੀ ਹੈ, ਜੋ ਮੋਟੇ-ਮੋਟੇ ਗੱਲਾਂ ਤੁਹਾਡੇ ਨਾਲ ਆਪਾਂ ਸਾਂਝੇ ਵੀ ਕੀਤੀਆਂ ਨੇ। ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਵੀ ਜੇ ਸਰਕਾਰ ਇਹਨਾਂ ਕਾਨੂੰਨਾਂ ਨੂੰ ਹੋਲਡ ਨਹੀਂ ਕਰਦੀ ਤਾਂ ਅਸੀਂ ਕਰ ਲਵਾਂਗੇ। ਸੋ ਤੁਸੀਂ ਕਿਸਾਨ ਮੋਰਚੇ ਦੇ ਜਿਹੜਾ ਕਿਸਾਨ ਵਿੰਗ ਹੈਗਾ ਰਾਸ਼ਟਰੀ, ਤੁਸੀਂ ਪ੍ਰਵਕਤਾ ਹੈਗੇ, ਉਹ ਬੁਲਾਰੇ ਹੈਗੇ ਹੋ, ਅਸੀਂ ਸੁਪਰੀਮ ਕੋਰਟ ਤੋਂ ਟਿੱਪਣੀ ਨਹੀਂ ਕਰਦੇ, ਤੁਸੀਂ ਇਸ ਟਿੱਪਣੀ ਉੱਤੇ ਸਰਕਾਰ ਨੂੰ ਕੀ ਸਲਾਹ ਦੋਗੇ? ਹੋਲਡ ਕਰਨ ਦੀ ਸਲਾਹ ਦਿਓਗੇ ਤੁਸੀਂ ਸਰਕਾਰ ਨੂੰ? ਦੇਖੋ ਨਾ, ਮੇਰੇ ਕੋਲ, ਮੈਂ ਫਿਰ ਤੁਹਾਨੂੰ ਉਹ ਕਹਿ ਰਿਹਾ ਕਿ ਮੇਰਾ ਲੈਵਲ ਨਹੀਂ ਹੈ ਕਿ ਮੈਂ ਸਰਕਾਰ ਨੂੰ ਇਸ ਲੈਵਲ ਦੀ ਸਲਾਹ ਦੇਵਾਂ। ਹਾਂ, ਕੋਈ ਇੰਟਰਨਲ ਸਲਾਹ ਦੇਣੀ ਹੋਵੇਗੀ ਟੀਵੀ ਚੈਨਲ ਦੇ ਥਰੂ ਨਹੀਂ ਦੇਵਾਂਗਾ, ਜੋ ਇੰਟਰਨਲ ਦੇਣੀ ਹੋਵੇਗੀ ਉਹ ਮੈਂ ਦੇ ਰਿਹਾ ਪਹਿਲਾਂ ਵੀ, ਤੇ ਉਹ ਦਿੰਦਾ ਰਵਾਂਗਾ। ਤੇ ਆਹ ਕੋਸ਼ਿਸ਼ ਮੇਰੀ ਆਹ ਹੋਵੇਗੀ। ਤੁਹਾਡਾ ਪਰਸਨਲ ਕੀ ਵਿਊ ਹੈਗਾ ਇਸ ਮਾਮਲੇ ਤੇ? ਕੋਈ ਪਰਸਨਲ ਵਿਊ ਨਹੀਂ ਹੈ, ਨਾਲੇ ਮੀਡੀਆ ਸਾਹਮਣੇ ਪਰਸਨਲ ਵਿਊ ਵੀ ਨਹੀਂ ਦੇਵਾਂਗਾ ਇਸ ਟੌਪਿਕ ਦੇ ਉੱਪਰ। ਕੋਈ ਬੜਾ ਸੈਂਸਿਟਿਵ ਟੌਪਿਕ, 26 ਜਨਵਰੀ ਵੀ ਨੇੜੇ ਬੜਾ ਸੈਂਸਿਟਿਵ ਟੌਪਿਕ ਹੈ। ਚਰਚਾ
ਚਰਚਾ ਇਹ ਹੋ ਰਹੀ ਹੈ 26 ਜਨਵਰੀ ਦੇ ਵਿੱਚ ਮੇਰੀ ਅਰਦਾਸ ਹੈ ਹਾਂ, ਮੇਰੀ ਅਰਦਾਸ ਹੈ ਸੱਚੇ ਪਾਤਸ਼ਾਹ ਬਾਬੇ ਨਾਨਕ ਅੱਗੇ ਕਿ ਬਾਬਾ ਆ ਜਿਹੜੀ ਲੋਹੜੀ ਆ ਰਹੀ ਹੈ, ਮੈਂ ਤਾਂ ਕਹਿੰਦਾ ਲੋਹੜੀ ਜਿਹੜੀ ਆ ਰਹੀ ਪਰਸੋਂ, ਉਦੋਂ ਲੋਹੜੀ ਸਾਡੇ ਕਿਸਾਨ ਵੀਰ ਆਪਣੇ ਘਰ ਆ ਕੇ ਮਨਾਉਣ। ਆ ਮੇਰੀ ਅਰਦਾਸ ਹੈ ਬਾਬੇ ਨਾਨਕ ਅੱਗੇ। ਹੋਰ ਮੇਰੀ ਕੋਈ ਸਲਾਹ ਜਿਹੜੀ ਸਰਕਾਰ ਨੂੰ ਤੇ ਆਹੋ ਸਲਾਹ ਹੈ ਵੀ ਕਿਸਾਨਾਂ ਦੇ ਹੱਕ 'ਚ, ਕਿਸਾਨਾਂ ਦੇ ਵਾਸਤੇ ਜੋ ਕਿਸਾਨ ਚਾਹੁੰਦੇ ਨੇ ਉਹ ਕਰੋ ਜੀ। ਬਹੁਤ ਬਹੁਤ ਧੰਨਵਾਦ ਜੀ। ਸੋ ਇਹ ਸਨ ਡਾਕਟਰ ਕਮਲ ਸੋਈ ਜੀ, ਜਿਨ੍ਹਾਂ ਨੇ ਕਿਸਾਨੀ ਅੰਦੋਲਨ ਨੂੰ ਲੈ ਕੇ ਗੱਲਬਾਤ ਕੀਤੀ ਹੈ। ਇੱਕ ਪਾਸੇ ਜਿਹੜੇ ਕੁਝ ਲੀਡਰ ਬੀਜੇਪੀ ਦੇ ਨੇ ਉਹ ਕਿਸਾਨ ਜਥੇਬੰਦੀਆਂ ਨੂੰ ਲੈ ਕੇ ਉਸ ਤਰ੍ਹਾਂ ਦੀ ਗੱਲਾਂ ਕਰਦੇ ਨੇ, ਕੋਈ ਗਲਤ ਸ਼ਬਦਾਵਲੀ ਵਰਤਦੇ, ਤਾਂ ਦੂਜੇ ਪਾਸੇ ਡਾਕਟਰ ਕਮਲ ਸੋਈ ਦਾ ਕਹਿਣਾ ਵੀ ਮੈਂ ਕਿਸਾਨਾਂ ਨੂੰ ਅੰਨਦਾਤਾ ਮੰਨਦਾ ਤੇ ਅੰਨਦਾਤਾ ਮੰਨਦਾ ਰਹਾਂ। ਸੋ ਜਿੱਥੋਂ ਤੱਕ ਸਰਕਾਰ ਦੀ ਗੱਲ ਹੈ ਤਾਂ ਉਹ ਕਹਿੰਦੇ ਵੀ ਸਰਕਾਰ ਨੇ ਆਪਣਾ ਕੰਮ ਕਰਨਾ ਹੈ, ਸੋ ਕਿਸਾਨਾਂ ਦੇ ਹੱਕ ਵਿੱਚ ਕੋਈ ਫੈਸਲਾ ਆਵੇ ਅਜਿਹੀ ਉਹ ਵੀ ਕਾਮਨਾ ਕਰਦੇ ਨੇ। ਅਸੀਂ ਵੀ ਕਾਮਨਾ ਕਰਦੇ ਹਾਂ ਵੀ ਜੋ ਮਾਣਯੋਗ ਸੁਪਰੀਮ ਕੋਰਟ ਨੇ ਅੱਜ ਜੋ ਚਰਚਾ ਉੱਥੇ ਹੋ ਰਹੀ ਹੈ, ਜੋ ਸੁਣਵਾਈ ਹੋ ਰਹੀ ਹੈ, ਤਾਂ ਉਹ ਸੁਣਵਾਈ ਦੇ ਉੱਤੇ ਸਰਕਾਰ ਗੌਰ ਕਰੇ, ਕਿਉਂਕਿ 26 ਜਨਵਰੀ ਨੇੜੇ ਆ। ਅਸੀਂ ਨਹੀਂ ਚਾਹੁੰਦੇ ਵੀ ਕੋਈ ਅਜਿਹੀ ਕੋਈ ਅਣਸੁਖਾਵੀ ਘਟਨਾ ਹੋਵੇ ਜਿਸ ਨਾਲ ਸਾਨੂੰ ਪੰਜਾਬ ਨੇ ਪਹਿਲਾਂ ਬੜਾ ਸੰਤਾਪ ਭੋਗਿਆ ਦੁਬਾਰਾ ਭੋਗਣਾ ਪਵੇ। ਸੋ ਨਰਿੰਦਰ ਮੋਦੀ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪ ਆ ਕੇ ਕਿਸਾਨਾਂ ਨਾਲ ਗੱਲਬਾਤ ਕਰਨ, ਜਿਹੜਾ ਇਹ ਮਸਲਾ ਹੈ ਛੇਤੀ ਛੇਤੀ ਜਿਹੜਾ ਇਹ ਨਿਪਟਾਇਆ ਜਾ ਸਕੇ। ਮੈਂ ਇੰਦਰਪਾਲ ਸਿੰਘ ਧੁੰਨਾ, ਕੈਮਰਾਮੈਨ ਹੈਰੀ ਨਾਲ ਦੇਖਦੇ ਰਹੋ ਪ੍ਰਾਈਮੋ ਦੇ। ਸਤਿ ਸ੍ਰੀ ਅਕਾਲ।